ਬਿਲਾਵਲ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ ਕੀਤਾ ਹੈ। ਤੁਮ ਸਮਰੱਥਾ। ਸਮਰੱਥਾ ਦਾ ਅਰਥ ਹੁੰਦਾ ਸਮਰੱਥਾ ਵਾਲਾ, ਜ਼ੋਰ ਵਾਲਾ, ਸ਼ਕਤੀ ਵਾਲਾ, ਤਾਕਤ ਵਾਲਾ। ਕਾਰਨ ਕਰਨ। ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਹੈ, ਕਾਰਨ ਰੂਪ ਤੇ ਕਾਰਜ ਰੂਪ, ਉਸ ਦੇ ਵਿੱਚ ਤੇਰਾ ਹੀ ਜ਼ੋਰ ਹੈ, ਤੇਰੀ ਹੀ ਸਮਰੱਥਾ ਹੈ, ਤੂੰ ਹੀ ਕਰ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ। ਧੰਨ ਗੁਰੂ ਨਾਨਕ ਦੇਵ ਜੀ ਪ੍ਰਭੂ ਪਰਮਾਤਮਾ ਦੀ ਸਮਰੱਥਾ, ਤਾਕਤ, ਸ਼ਕਤੀ ਨੂੰ ਜ਼ੋਰ ਆਖ ਕੇ ਸਤਿਕਾਰ ਰਹੇ ਨੇ ਤੇ ਵਡਿਆਈ ਕਰਦੇ ਨੇ। ਜ਼ੋਰ ਨਾ ਆਖਣ ਚੁੱਪੇ ਨਹੀਂ ਜ਼ੋਰ। ਜੇ ਅਸੀਂ ਕੁਝ ਆਖਣਾ ਚਾਹੀਏ ਨਾ, ਇਸ ਦੇ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਹੈ। ਜੇ ਅਸੀਂ ਚੁੱਪ ਰਹਿਣਾ ਚਾਹੀਏ ਤੇ ਇਸ ਦੇ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਹੈ। ਇਸ ਦੇ ਪਿੱਛੇ ਕੋਈ ਨਾ ਕੋਈ ਹੋਰ ਸ਼ਕਤੀ ਹੈ, ਹੋਰ ਜ਼ੋਰ ਹੈ, ਤਾਕਤ ਹੈ ਜੋ ਕੰਮ ਕਰ ਰਹੀ ਹੈ। ਕਈ ਵਾਰੀ ਅਸੀਂ ਕੋਈ ਸ਼ਬਦ ਬੋਲ ਦਿੰਦੇ ਹਾਂ ਤੇ ਬਾਅਦ ਦੇ ਵਿੱਚ ਬੜਾ ਪਛਤਾਪ ਹੁੰਦਾ ਹੈ ਵੀ ਇਹ ਸ਼ਬਦ ਬੋਲਣਾ ਨਹੀਂ ਸੀ, ਬੋਲਿਆ ਗਿਆ ਹੈ। ਬੋਲਿਆ ਕਿਉਂ ਗਿਆ ਹੈ? ਕਿਉਂਕਿ ਬੋਲਣ ਦੇ ਪਿੱਛੇ ਉਸ ਪ੍ਰਭੂ ਪਰਮਾਤਮਾ ਦਾ ਜ਼ੋਰ ਹੈ। ਜ਼ੋਰ ਨਾ ਆਖਣ ਚੁੱਪੈ ਨਹੀਂ ਜ਼ੋਰ। ਤੇ ਕਈ ਵਾਰੀ ਅਸੀਂ ਪਛਤਾਪ ਕਰਦੇ ਹਾਂ ਵੀ ਇਹ ਸ਼ਬਦ ਅਸੀਂ ਇੱਥੇ ਬੋਲਣਾ ਸੀ ਤੇ ਰਹਿ ਜਾਂਦਾ ਹੈ, ਨਹੀਂ ਬੋਲਿਆ ਜਾਂਦਾ। ਇਹ ਵੀ ਉਸ ਪ੍ਰਭੂ ਪਰਮਾਤਮਾ ਦਾ ਜ਼ੋਰ ਹੈ, ਉਸ ਦੀ ਸਮਰੱਥਾ ਹੈ। ਇਸ ਤਰ੍ਹਾਂ ਉਹ ਆਪਣੇ ਨਿਰਗੁਣ ਸਰੂਪ ਦੇ ਨਾਲ ਸਾਰਿਆਂ ਦੇ ਅੰਦਰ ਆਪਣੀ ਸਮਰੱਥਾ, ਆਪਣਾ ਜ਼ੋਰ, ਆਪਣੀ ਸ਼ਕਤੀ ਹੈ, ਇਸ ਦਾ ਵਰਤਾਰਾ ਕਰ ਰਹੀ ਹੈ। ਜ਼ੋਰ ਨਾ ਆਖਣ ਚੁੱਪੇ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਜੇ ਕਿਸੇ ਤੋਂ ਕੁਝ ਮੰਗਣਾ ਹੋਵੇ, ਇਹਦੇ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ, ਉਹ ਆਪ ਹੀ ਸਾਡੇ ਮੁੱਖ ਦੇ ਵਿੱਚੋਂ ਇਹ ਸ਼ਬਦ ਮੰਗਣ ਵਾਲੇ ਨੇ ਨਾ ਜਿਹੜੇ ਇਹ ਕਢਾਉਂਦਾ, ਤੇ ਅੱਗੋਂ ਦੇਣ ਵਾਲੇ ਦਾ ਵੀ ਕੋਈ ਜ਼ੋਰ ਨਹੀਂ। ਉਹ ਵੀ ਪਰਮਾਤਮਾ ਆਪ ਕਿਰਪਾ ਕਰਦਾ ਹੈ, ਰਹਿਮਤ ਦੀ ਉਹਦੇ ਅੰਦਰ ਭਰਦਾ ਹੈ ਤੇ ਫਿਰ ਉਹ ਦੇਣ ਦੇ ਸਮਰੱਥ ਹੁੰਦਾ ਹੈ, ਉਹਨੂੰ ਦੇਣ ਦੇ ਯੋਗ ਬਣਾਉਂਦਾ ਹੈ। ਜ਼ੋਰ ਨਾ ਜੀਵਨ। ਇੱਥੋਂ ਤੱਕ ਕਿ ਜਿਹੜਾ ਜਿਉਣਾ ਹੈ ਨਾ, ਇਸ ਦੇ ਵਿੱਚ ਵੀ ਮਨੁੱਖ ਦੀ ਕੋਈ ਸਮਰੱਥਾ ਨਹੀਂ, ਕੋਈ ਜ਼ੋਰ ਨਹੀਂ। ਮਰਨ ਹੈ ਜ਼ੋਰ, ਤੇ ਮਰਨ ਦੇ ਵਿੱਚ ਵੀ ਕੋਈ ਜ਼ੋਰ ਨਹੀਂ। ਜੇ ਅਸੀਂ ਚਾਹੀਏ ਨਾ ਵੀ ਮਰਨਾ ਹੈ ਤੇ ਮਰਨ ਦੇ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ। ਦਾਸ ਨੇ ਆਪਣੇ ਜੀਵਨ ਦੇ ਵਿੱਚ ਵੇਖਿਆ ਹੈ, ਕਈ ਇਸ ਤਰ੍ਹਾਂ ਦੇ ਨੇ, ਉਹ ਮਰਨ ਦੇ ਲਈ ਤਿਆਰ ਹੀ ਨਹੀਂ ਹੁੰਦੇ, ਅੰਦਰ ਹੀ ਨਹੀਂ ਮੰਨਦਾ ਵੀ ਅਸੀਂ ਮਰ ਜਾਈਏ। ਤੇ ਕਈ ਮਰਨ ਦਾ ਯਤਨ ਕਰਦੇ ਨੇ, ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਚ ਜਾਂਦੇ ਹਨ। ਜਦੋਂ ਸਿਮਰਨ ਦੀ ਸਿਖਰਤਾ ਤੇ ਪ੍ਰਾਣੀ ਪਹੁੰਚ ਜਾਂਦਾ ਹੈ ਤੇ ਫਿਰ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦਾ ਅਨੁਭਵ ਹੁੰਦਾ ਹੈ ਵੀ ਜੋ ਕੁਝ ਹੋ ਰਿਹਾ ਹੈ ਉਹ ਪ੍ਰਭੂ ਪਰਮਾਤਮਾ ਦੀ ਸਮਰੱਥਾ ਦੇ ਨਾਲ, ਉਸ ਦੇ ਜ਼ੋਰ ਦੇ ਨਾਲ ਹੋ ਰਿਹਾ ਹੈ। ਜਿਵੇਂ ਮਕਾਨ ਹੈ, ਮਕਾਨ ਨੇ ਕਦੋਂ ਆਖਿਆ ਸੀ ਸਾਨੂੰ ਬਣਾਓ, ਤੇ ਜੇ ਅਸੀਂ ਢਾਣ ਲੱਗ ਗਏ ਤੇ ਇਹ ਵੀ ਮਕਾਨ ਨੇ ਨਹੀਂ ਆਖਿਆ ਸਾਨੂੰ ਢਾ ਦਿਓ ਭਾਈ, ਮੈਨੂੰ ਢਾ ਦਿਓ। ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਨੇ ਜਦੋਂ ਸਾਡਾ ਸਰੀਰ ਬਣਾਇਆ ਸੀ ਤੇ ਅਸੀਂ ਉਹਨੂੰ ਨਹੀਂ ਸੀ ਆਖਿਆ ਸਾਡਾ ਸਰੀਰ ਇਸ ਤਰ੍ਹਾਂ ਦਾ ਬਣਾ, ਸਾਡੇ ਅੰਗ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਸੋਹਣੇ ਹੋਣੇ ਚਾਹੀਦੇ ਨੇ ਜਾਂ ਕੁਝ ਹੋਣੇ ਚਾਹੀਦੇ ਨੇ, ਕਿਉਂਕਿ ਸਾਡਾ ਉੱਥੇ ਕੋਈ ਜ਼ੋਰ ਹੀ ਨਹੀਂ ਬਣਾਉਣ ਵਾਲਾ ਹੋਏ ਤੇ ਉਸ ਨੇ ਬਣਾ ਦਿੱਤਾ ਹੈ। ਸੋ ਗੁਰੂ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਜੀ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਇਹ ਗਿਆਨ ਦੇਣਗੇ ਕਿ ਮਨੁੱਖ ਦੇ ਕੁਝ ਵੀ ਹੱਥ ਨਹੀਂ, ਜੋ ਕੁਝ ਹੈ ਉਸ ਪ੍ਰਭੂ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਸਾਰੀ ਸ਼ਕਤੀ, ਸਾਰੀ ਸਮਰੱਥਾ, ਸਾਰਾ ਜ਼ੋਰ ਜਿਹੜਾ ਉਹ ਪਰਮਾਤਮਾ ਦਾ। ਸਮਰੱਥਾ ਦਾ ਅਰਥ ਹੁੰਦਾ ਸਮਰੱਥ। ਕਈਆਂ ਦੇ ਕੋਲ ਜ਼ੋਰ ਤਾਂ ਹੁੰਦਾ ਹੈ, ਤਾਕਤ ਹੁੰਦੀ ਹੈ, ਪਰ ਉਸ ਤਾਕਤ ਨੂੰ ਵਰਤਣ ਦੇ ਉਹ ਸਮਰੱਥ ਨਹੀਂ ਹੁੰਦੇ।
ਜ਼ੋਰ ਹੈਗਾ ਹੈ, ਤਾਕਤ ਹੈਗੀ ਏ, ਪਰ ਉਸ ਤਾਕਤ ਨੂੰ ਵਰਤਣ ਦੇ ਸਮਰੱਥ ਨਹੀਂ। ਇਹਨੂੰ ਇੱਕ ਨੁਕਤੇ ਦੇ ਨਾਲ ਸਮਝ ਲਈਏ। ਇੱਕ ਬੜਾ ਨੌਜਵਾਨ ਹੈ, ਹੱਥ ਦੇ ਵਿੱਚ ਡਾਂਗ ਵੀ ਏ, ਕਿਸੇ ਦੇ ਘਰ ਦੇ ਅੱਗੋਂ ਦੀ ਗੁਜ਼ਰ ਰਿਹਾ ਹੈ ਤੇ ਉਸ ਘਰ ਦਾ ਜਿਹੜਾ ਕੁੱਤਾ ਹੈ ਨਾ, ਉਹਨੂੰ ਪੈ ਗਿਆ ਹੈ। ਹੁਣ ਇਹ ਕੁੱਤੇ ਨੂੰ ਡਾਂਗ ਨਹੀਂ ਮਾਰ ਸਕਦਾ, ਜ਼ੁਬਾਨ ਵੀ ਏ, ਸ਼ਕਤੀ ਵੀ ਏ, ਪਰ ਇਹ ਕੁੱਤੇ ਨੂੰ ਡਾਂਗ ਨਹੀਂ ਮਾਰ ਸਕਦਾ। ਕਿਉਂ ਨਹੀਂ ਮਾਰ ਸਕਦਾ? ਕਿ ਇਹ ਮਾਲਕਾਂ ਦਾ ਰੱਖਿਆ ਹੋਇਆ ਹੈ ਤੇ ਮਾਲਕਾਂ ਦਾ ਜਿਹੜਾ ਡਰ ਹੈ ਨਾ, ਉਹ ਇਸ ਦੇ ਅੰਦਰ ਆ ਗਿਆ ਵੀ ਜੇ ਮੈਂ ਇਸ ਕੁੱਤੇ ਨੂੰ ਡਾਂਗ ਮਾਰੀ ਤੇ ਮਾਲਕਾਂ ਨੇ ਇੱਥੇ ਢਾ ਲੈਣਾ ਮੈਨੂੰ। ਪਰ ਉਹ ਪ੍ਰਭੂ ਪਰਮਾਤਮਾ ਦੀ ਜਿਹੜੀ ਸਮਰੱਥਾ ਹੈ, ਉਹ ਕਿਸੇ ਤੋਂ ਡਰ ਕੇ ਇਸ ਤਰ੍ਹਾਂ ਆਪਣੀ ਸ਼ਕਤੀ, ਆਪਣੀ ਪਾਵਰ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਉਹ ਸਮਰੱਥਾ ਵਾਲਾ ਹੈ, ਉਸ ਤੋਂ ਉੱਪਰ ਕੋਈ ਨਹੀਂ। ਇਹ ਅਰਥ ਹੈ ਸਮਰੱਥਾ ਦਾ। ਤੁਮ ਸਮਰੱਥਾ, ਉਹ ਸਮਰੱਥ ਹੈ, ਉਸ ਦੇ ਪਾਸ ਪਾਵਰ ਵੀ ਹੈ, ਸ਼ਕਤੀ ਵੀ ਹੈ, ਤੇ ਆਪਣੀ ਪਾਵਰ ਸ਼ਕਤੀ ਨੂੰ ਵਰਤਨ ਦੇ ਵੀ ਉਹ ਸਮਰੱਥ ਹੈ। ਇਹ ਨਹੀਂ ਵੀ ਸ਼ਕਤੀ ਵਰਤ ਨਹੀਂ ਸਕਦਾ। ਤੁਮ ਸਮਰੱਥਾ ਕਾਰਨ ਕਰਨ, ਇਹ ਵਾਹਿਗੁਰੂ ਜੀ ਆਪ ਇਸ ਦੇ ਸਮਰੱਥ ਹੋ, ਸ਼ਕਤੀ ਹੋ, ਪਾਵਰ ਹੋ, ਜ਼ੋਰ ਹੋ, ਤੇ ਸਾਰੇ ਕਾਰਨਾਂ ਨੂੰ ਤੇ ਕਾਰਜਾਂ ਨੂੰ ਕਰਨ ਦੇ ਸਮਰੱਥ ਹੋ ਜੀ। ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸਰਨ ਚਰਨ। ਢਾਕਨ ਢਾਕ ਦਾ ਅਰਥ ਹੁੰਦਾ ਪਰਦੇ ਢੱਕਣ ਵਾਲਾ। ਗੋਬਿੰਦ ਗੁਰ ਮੇਰੇ, ਮੇਰਾ ਗੁਰੂ ਪਰਮਾਤਮਾ ਦਾ ਰੂਪ ਹੈ। ਇਹ ਸਾਰੇ ਪ੍ਰਕਾਰ ਦੇ ਜਿਹੜੇ ਢੱਕਣੇ ਨੇ, ਇਹ ਢੱਕ ਲੈਂਦਾ ਹੈ, ਆਪ ਕੱਜਦਾ ਹੈ। ਸਾਡੇ ਕੀਤੇ ਹੋਏ ਗੁਨਾਹ ਨੇ ਜਿਹੜੇ, ਉਹਨਾਂ ਨੂੰ ਉਹ ਪ੍ਰਭੂ ਪਰਮਾਤਮਾ ਆਪ ਢੱਕਦਾ ਹੈ। ਹੁਣ ਇੱਥੇ ਇਹ ਨਹੀਂ ਸਮਝ ਲੈਣਾ ਵੀ ਅਸੀਂ ਗੁਨਾਹ ਕਰੀ ਜਾਈਏ ਤੇ ਆਪੇ ਢੱਕਦਾ ਰਹੇਗਾ। ਉਹ ਢੱਕਦਾ ਵੀ ਉਸ ਦੇ ਹੈ ਜਿਹੜਾ ਸਿਮਰਨ ਦੀ ਸਿਖਰਤਾ ਤੇ ਪਹੁੰਚ ਗਿਆ ਹੈ। ਆਪ ਜੀ ਨੂੰ ਇੱਕ ਸਾਖੀ ਦੇ ਨਾਲ ਸਮਝਾਉਣ ਦਾ ਯਤਨ ਕਰਾਂਗੇ। ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸਰਨ ਚਰਨ। ਇੱਕ ਵਾਰੀ ਇੱਕ ਚੋਰ ਸੀ, ਉਸਨੇ ਚੋਰੀ ਕਰ ਲਈ ਤੇ ਉਸ ਵਕਤ ਜਿਹੜਾ ਰਾਜ ਸੀ ਉਹ ਸਿਕੰਦਰ ਲੋਧੀ ਦਾ ਸੀ। ਇਸ ਚੋਰ ਦੇ ਮਗਰ ਸਿਕੰਦਰ ਲੋਧੀ ਦੇ ਜਿਹੜੇ ਸਿਪਾਹੀ ਸਨ ਉਹ ਲੱਗ ਗਏ ਨੇ। ਇਹ ਪਿੰਡ ਦੇ ਵਿੱਚ ਪ੍ਰਵੇਸ਼ ਕਰ ਗਏ ਤੇ ਭਗਤ ਕਬੀਰ ਜੀ ਦਾ ਘਰ ਹੈ ਜਿਹੜਾ, ਉਹ ਇਹਨੇ ਆਸਰਾ ਤਕਾ ਲਿਆ। ਭਗਤ ਕਬੀਰ ਜੀ ਦੇ ਘਰ ਆਣ ਵੜਿਆ, ਮਗਰ ਜਿਹੜੇ ਸਿਕੰਦਰ ਲੋਧੀ ਦੇ ਸਿਪਾਹੀ ਸਨ ਇਹ ਵੀ ਮਗਰ ਆ ਗਏ ਨੇ ਤੇ ਭਗਤ ਕਬੀਰ ਜੀ ਅੱਗੇ ਖੜੇ ਨੇ। ਪੁੱਛਦੇ ਨੇ, ਇੱਧਰ ਚੋਰ ਆਇਆ ਹੈ ਤੇਰੇ ਘਰ, ਅਸੀਂ ਚੋਰ ਵੜਦਾ ਵੇਖਿਆ, ਇੱਥੇ ਚੋਰ ਵੜਿਆ ਹੈ। ਭਗਤ ਕਬੀਰ ਜੀ ਕਹਿੰਦੇ ਇੱਥੇ ਕੋਈ ਚੋਰ ਨਹੀਂ ਆਇਆ। ਤੇ ਉਹ ਕਹਿਣ ਲੱਗੇ ਫਿਰ ਇਹ ਸੁੱਤਾ ਕੌਣ ਪਿਆ ਅੰਦਰ? ਤੇ ਭਗਤ ਕਬੀਰ ਜੀ ਨੇ ਕਹਿ ਦਿੱਤਾ ਇਹ ਤਾਂ ਮੇਰਾ ਜਵਾਈ ਸੁੱਤਾ ਪਿਆ ਹੈ। ਹੁਣ ਵੇਖੋ, ਹੈ ਤਾਂ ਇਹ ਝੂਠ। ਚੋਰ ਆਇਆ ਵੀ ਏ ਤੇ ਹੈ ਵੀ ਚੋਰ, ਭਗਤ ਕਬੀਰ ਜੀ ਦਾ ਜਵਾਈ ਨਹੀਂ। ਇਹ ਹੈ ਵੀ ਝੂਠ। ਚੋਰ ਆਇਆ ਵੀ ਏ ਤੇ ਚੋਰ ਹੈ ਵੀ ਅੰਦਰ। ਪਰ ਭਗਤ ਕਬੀਰ ਜੀ ਕਹਿੰਦੇ ਨੇ ਚੋਰ ਨਹੀਂ ਆਇਆ ਤੇ ਚੋਰ ਨੂੰ ਕਹਿ ਰਹੇ ਨੇ ਇਹ ਸਾਡਾ ਜਵਾਈ ਏ। ਹੁਣ ਜਿਹੜੇ ਸਿਪਾਹੀ ਆਏ ਸਨ ਉਹ ਪੁੱਠੇ ਮੁੜ ਗਏ ਨੇ। ਇਹ ਪ੍ਰਭੂ ਪਰਮਾਤਮਾ ਨੇ ਆਪਣਾ ਜ਼ੋਰ ਵਿਖਾਇਆ ਤੇ ਆਪ ਭਗਤ ਕਬੀਰ ਜੀ ਦਾ ਪਰਦਾ ਜਿਹੜਾ ਉਹ ਢੱਕਿਆ ਹੈ। ਜੇ ਕਿਤੇ ਉਹ ਕਹਿ ਦਿੰਦੇ ਵੀ ਇਹਨੂੰ ਉਠਾ, ਅਸੀਂ ਵੇਖਣਾ ਹੈ, ਇਹਦੇ ਤੋਂ ਕੱਪੜਾ ਲਾ, ਅਸੀਂ ਵੇਖਣਾ ਹੈ, ਤੇ ਫਿਰ ਚੋਰ ਦੇ ਉਸ ਸਮੇਂ ਦੇ ਵਿੱਚ ਹੱਥ ਵੱਢੇ ਜਾਂਦੇ ਸਨ, ਇਹਦੇ ਹੱਥ ਵੀ ਵੱਢੇ ਜਾਣੇ ਸਨ ਤੇ ਭਗਤ ਕਬੀਰ ਜੀ ਨੂੰ ਵੀ ਇੱਕ ਚੋਰ ਨੂੰ ਪਨਾਹ ਦੇਣ ਦੀ ਸਜ਼ਾ ਮਿਲਣੀ ਸੀ। ਹੁਣ ਇੱਥੇ ਚੋਰ ਕਿੰਦਾ ਵਰਤਿਆ? ਪ੍ਰਭੂ ਪਰਮਾਤਮਾ ਨਿਰਗੁਣ ਸਰੂਪ ਦਾ ਜ਼ੋਰ ਵਰਤਿਆ। ਉਸਨੇ ਇਹਨਾਂ ਨੂੰ ਬੋਲਣ ਤੋਂ ਹੀ ਗਰੇਜ ਕਰਵਾ ਦਿੱਤਾ। ਇਹ ਬੋਲੇ ਹੀ ਨਹੀਂ। ਜ਼ੋਰ ਨਾ ਆਖਣ, ਚੁੱਪੇ ਨਹੀਂ ਜ਼ੋਰ। ਉਸ ਪ੍ਰਭੂ ਪਰਮਾਤਮਾ ਦਾ ਜ਼ੋਰ ਹੋ ਗਿਆ, ਉਹਨੇ ਇਹਨਾਂ ਨੂੰ ਚੁੱਪ ਕਰਾ ਦਿੱਤਾ ਹੈ, ਬੋਲੇ ਹੀ ਨਹੀਂ। ਇਸ ਤਰ੍ਹਾਂ ਪ੍ਰਭੂ ਪਰਮਾਤਮਾ ਜੋ ਸਿਮਰਨ ਦੀ ਸਿਖਰਤਾ ਤੇ ਪਹੁੰਚ ਜਾਂਦੇ ਨੇ, ਉਹਨਾਂ ਦੇ ਲੰਗ ਪੜਦੇ ਢੱਕਦਾ ਹੈ, ਉਹਨਾਂ ਦੇ ਕੱਜਨੇ ਫਿਰ ਕੱਜਦਾ ਹੈ। ਢਾਕਣ ਢਾਕ ਗੋਬਿੰਦ ਗੁਰ ਮੇਰੇ, ਹੇ ਮੇਰੇ ਵਾਹਿਗੁਰੂ ਜੀ, ਸੱਚੇ ਸਤਿਗੁਰ ਜੀ, ਤੂੰ ਕਿਰਪਾ ਰੱਖੀ,
ਸਾਡੇ ਲੰਘ ਪੜਦੇ ਜਿਹੜੇ ਨੇ ਇਹ ਤੂੰ ਢੱਕਦਾ ਰਹੀਂ। ਮੋਹੇ ਅਪਰਾਧੀ ਹੈਗੇ ਅਸੀਂ ਅਪਰਾਧੀ ਹਾਂ, ਸਰਨ ਚਰਨ ਪਰ ਤੇਰੀ ਸਰਨ ਦੇ ਵਿੱਚ ਆ। ਤੇਰੇ ਚਰਨਾਂ ਦਾ ਆਸਰਾ ਲੈ ਲਿਆ, ਤੇਰੇ ਚਰਨਾਂ ਦੇ ਆਸਰੇ ਦੇ ਨਾਲ ਹੇ ਸੱਚੇ ਸਤਿਗੁਰ ਜੀ ਤੇਰੇ ਅੱਗੇ ਅਰਦਾਸ ਕਰਦੇ ਹਾਂ, ਤੂੰ ਰਹਿਮਤ ਕਰੀ, ਕਿਰਪਾ ਕਰੀ ਤੇ ਪੜਦੇ ਨੇ ਜਿਹੜੇ ਇਹ ਤੂੰ ਢੱਕਦਾ ਰਹੀ। ਹੁਣ ਇੱਥੇ ਇਹ ਵੀ ਨਹੀਂ ਸਮਝ ਲੈਣਾ ਫਿਰ ਭਗਤ ਨੇ ਜਿਹੜੇ ਉਹ ਤਾਂ ਗੁਨਾਹ ਹੀ ਗੁਨਾਹ ਕਰੀ ਜਾਂਦੇ ਹੋਣਗੇ, ਨਹੀਂ। ਇੱਕ ਅੰਦਰ ਦੀ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਏ, ਅੰਦਰ ਇੱਕ ਇਸ ਤਰ੍ਹਾਂ ਦਾ ਅਨੁਭਵ ਤੇ ਸੋਝੀ ਆ ਗਈ ਏ ਵੀ ਮੈਂ ਕੁਝ ਵੀ ਨਹੀਂ ਕਰ ਸਕਦਾ, ਉਹ ਪ੍ਰਭੂ ਪਰਮਾਤਮਾ ਆਪ ਕਰਵਾ ਰਿਹਾ ਹੈ। ਉਹਨੂੰ ਜਿਵੇਂ ਚੰਗਾ ਲੱਗਦਾ ਹੈ, ਜਿਵੇਂ ਉਸਨੇ ਕਰਵਾਉਣਾ ਹੈ ਉਸ ਤਰ੍ਹਾਂ ਹੋ ਰਿਹਾ ਹੈ। ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣ ਜੇ ਤੇ ਫਿਰ ਮਨੁੱਖ ਜਿਹੜਾ ਇਹ ਆਪਣੇ ਅੰਦਰ ਕਦੇ ਵੀ ਬੁਰਾ ਨਹੀਂ ਸੋਚਦਾ। ਅਪਰਾਧ ਜਿਹੜਾ ਸਰੀਰ ਦੇ ਨਾਲ ਕੀਤਾ ਜਾਵੇ ਤੇ ਜਿਹੜਾ ਸਰੀਰ ਦੇ ਨਾਲ ਕਰਨ ਵਾਲਾ ਉਹਨੂੰ ਅਪਰਾਧੀ ਆਖਿਆ ਜਾਂਦਾ ਹੈ। ਅਪਰਾਧ ਦਾ ਅਰਥ ਹੈ ਸਰੀਰ ਦੇ ਨਾਲ ਗੁਨਾਹ ਕਰਨਾ। ਜਦੋਂ ਅਸੀਂ ਸਰੀਰ ਦੇ ਨਾਲ ਕੋਈ ਗੁਨਾਹ ਕਰਦੇ ਹਾਂ ਤੇ ਫਿਰ ਸਮਾਜ ਦੇ ਅਪਰਾਧੀ ਹੋ ਜਾਂਦੇ ਹਾਂ। ਤੇ ਪਾਪ ਹੈ ਜਿਹੜਾ ਇਹ ਮਨ ਦੇ ਵਿੱਚ ਸੋਚਿਆ ਹੋਇਆ ਹੈ। ਥੋੜਾ ਜਿਹਾ ਵਿਚਾਰਾਂ ਨਾਲ ਜੁੜੀਏ ਫਿਰ ਗੱਲ ਦੀ ਸਮਝ ਆ ਜਾਵੇਗੀ। ਮਨੁੱਖ ਦੇ ਅੰਦਰ ਜਦੋਂ ਕੋਈ ਵਿਚਾਰ ਉੱਠਦੀ ਏ, ਜਿਹਨੂੰ ਗੁਰਬਾਣੀ ਦੇ ਅੰਦਰ ਤਾਤ ਪਰਾਈ ਆਖਿਆ, ਜਿਸ ਦੇ ਅੰਦਰ ਹੋਵੇ ਤਾਤ ਪਰਾਈ ਤਿਸ ਦਾ ਕਦੇ ਨਾ ਹੋਵੇ ਭਲਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਸ ਦੇ ਅੰਦਰ ਦੂਜਿਆਂ ਦੀ ਬੁਰਿਆਈ ਸੋਚਣ ਵਾਲੀ ਵਿਚਾਰ ਹੋਵੇ, ਇਸ ਤਰ੍ਹਾਂ ਦੀ ਵਿਚਾਰ ਹੋਵੇ ਕਿ ਉਹਨੇ ਆਪਣੀ ਵਿਚਾਰ ਦੇ ਵਿੱਚ ਦੂਜਿਆਂ ਦਾ ਬੁਰਾ ਹੀ ਸੋਚਦੇ ਰਹਿਣਾ ਹੈ, ਇਹ ਪਾਪ ਹੈ, ਇਹ ਪਾਪ ਹੋ ਰਿਹਾ ਹੈ। ਅੰਦਰ ਮਨ ਦੇ ਵਿੱਚ ਪਾਪ ਪਣ ਪਿਆ ਹੈ। ਜੇ ਸਰੀਰ ਨਾਲ ਕਰ ਦਿੱਤਾ ਤੇ ਅਪਰਾਧ ਦੇ ਗੁਨਾਹ ਤਾਂ ਸੋਚਣ ਦੇ ਨਾਲ ਹੀ ਲੱਗ ਗਏ। ਜਦੋਂ ਮਨ ਦੇ ਵਿੱਚ ਬੁਰਾ ਸੋਚ ਲਿਆ ਫਿਰ ਗੁਨਾਹ ਲੱਗ ਗਏ। ਜਦੋਂ ਸਰੀਰ ਦੇ ਨਾਲ ਬੁਰਾ ਕੀਤਾ ਹੈ ਤੇ ਫਿਰ ਸਮਾਜ ਦਾ ਅਪਰਾਧੀ ਹੋ ਗਿਆ। ਢਾਕਣ ਢਾਕ ਗੋਬਿੰਦ ਗੁਰ ਮੇਰੇ, ਹੈ ਸੱਚੇ ਸਤਿਗੁਰ ਤੂੰ ਆਪ ਹੀ ਕਿਰਪਾ ਕਰਦਾ, ਰਹਿਮਤ ਕਰਦਾ, ਢੱਕਣੇ ਢੱਕਦਾ ਹੈ ਆਪਣੇ ਦਾਸਰਿਆਂ ਦੇ। ਮੋਹੇ ਅਪਰਾਧੀ ਸਰਨ ਚਰਨ, ਅਸੀਂ ਅਪਰਾਧੀ ਹਾਂ ਤੇ ਤੇਰੀ ਚਰਨ ਸ਼ਰਨ ਦੇ ਵਿੱਚ ਹਾਂ ਜੀ। ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ, ਵੇਖਿਓ ਠੌਰ ਨਾਹੀ ਕਿਛ ਢੀਠ ਮੁਕਰਨ। ਵਿਸ਼ਰਾਮ ਲਾ ਕੇ ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੋ ਜੋ ਕੀਨੋ, ਜੋ ਜੋ ਵੀ ਕੀਤਾ ਹੈ ਸੋ ਤੁਮ ਜਾਣਿਓ, ਉਹ ਤੂੰ ਜਾਣਦਾ ਹੈ। ਜਾਣਦਾ ਕਿਉਂ ਹੈ? ਅੰਤਰਜਾਮੀ ਹੈ, ਸਾਡੇ ਅੰਦਰ ਬੈਠਾ ਹੈ। ਤੇ ਜਿਹੜਾ ਅੰਦਰ ਬੈਠਾ ਹੈ ਫਿਰ ਉਸ ਨੂੰ ਅੰਦਰ ਦੀਆਂ ਸਾਰੀਆਂ ਗੱਲਾਂ ਦਾ ਪਤਾ ਹੈ, ਅੰਦਰ ਦੀ ਸੋਚ ਦਾ ਪਤਾ ਹੈ। ਜੋ ਜੋ ਕੀਨੋ ਸੋ ਤੁਮ ਜਾਣਿਓ, ਜੋ ਜੋ ਵੀ ਮੈਂ ਅੰਦਰ ਪਾਪ ਵਾਲੀ ਗੁਨਾਹ ਵਾਲੀ ਵਿਚਾਰ ਬਣਾਈ ਹੈ ਨਾ, ਉਹ ਤੂੰ ਉਦੋਂ ਹੀ ਜਾਣ ਲੈਣਾ, ਸਮਝ ਲੈਣਾ ਹੈ। ਵੇਖਿਓ ਠੋਰ ਨਹੀਂ ਕਛ, ਤੇ ਇਹ ਵੀ ਵੇਖ ਲਿਆ ਤੇਰੇ ਤੋਂ ਬਿਨਾ ਆਸਰਾ ਵੀ ਕੋਈ ਨਹੀਂ। ਢੀਠ ਮੁਕਰਨ, ਢੀਠ ਉਹਨੂੰ ਆਖਦੇ ਨੇ ਜਿਹੜਾ ਵਾਰੀ ਵਾਰੀ ਇੱਕੋ ਕੰਮ ਨੂੰ ਕਰੀ ਜਾਵੇ, ਹਟੇ ਨਾ। ਮੁਕਰਨ ਦਾ ਅਰਥ ਹੁੰਦਾ ਕਰ ਵੀ ਲਿਆ ਤੇ ਫਿਰ ਵੀ ਮੁਕਰ ਗਿਆ। ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਹੇ ਸੱਚੇ ਸਤਿਗੁਰ ਜੀ ਮੈਂ ਜੋ ਕੁਝ ਵੀ ਕੀਤਾ ਹੈ, ਜੋ ਕੁਝ ਵੀ ਕਰਦਾ ਹਾਂ, ਤੂੰ ਅੰਤਰਜਾਮੀ ਹੈ, ਤੂੰ ਜਾਣਦਾ ਹੈ। ਵੇਖਿਓ ਠੌਰ ਨਹੀਂ ਕਛ, ਮੈਂ ਵੇਖ ਲਿਆ ਤੇਰੇ ਤੋਂ ਬਿਨਾ ਆਸਰਾ ਵੀ ਕੋਈ ਨਹੀਂ। ਤੇਰੇ ਆਸਰੇ ਦੇ ਨਾਲ ਅਸੀਂ ਜੁੜੇ ਹੋਏ ਹਾਂ। ਢੀਠ ਤੇ ਢੀਠ ਹੋ ਕੇ ਤੇਰੇ ਆਸਰੇ ਦੇ ਨਾਲ ਲੱਗੇ ਹੋਏ ਹਾਂ। ਚੰਗੇ ਕਰਮਾਂ ਕਰਕੇ ਨਹੀਂ ਲੱਗੇ, ਇੱਕ ਜਿੱਦ ਢੀਠ ਕਰਕੇ ਤੇਰੇ ਚਰਨ ਸਰਨ ਦੇ ਵਿੱਚ ਆਇਆ। ਮੁਕਰਨ ਤੇ ਗੁਨਾਹ ਕਰਕੇ ਫਿਰ ਅਸੀਂ ਮੁੱਕਰ ਵੀ ਜਾਂਦੇ ਹਾਂ। ਮੁਕਰਨ ਦਾ ਅਰਥ ਹੁੰਦਾ ਮੁੱਕਰ ਜਾਣਾ। ਕੀਤਾ ਹੈ ਪਰ ਫਿਰ ਵੀ ਇਸ ਕੀਤੇ ਤੋਂ ਅਸੀਂ ਮੁੱਕਰ ਜਾਂਦੇ ਹਾਂ। ਇਸ ਤਰ੍ਹਾਂ ਵਾਰੀ ਵਾਰੀ ਕਰਦੇ ਹਾਂ, ਅਸੀਂ ਢੀਠ ਹਾਂ ਤੇ ਤੇਰੇ ਤੋਂ ਬਿਨਾਂ ਹੈ ਸੱਚੇ ਸਤਿਗੁਰ ਜੀ ਆਸਰਾ ਵੀ ਕੋਈ ਨਹੀਂ। ਤੂੰ ਆਪ ਅੰਤਰਜਾਮੀ ਹੈ ਤੇ ਸਾਡੇ ਅੰਦਰ ਦੀ ਹਰ ਗੱਲ ਨੂੰ ਜਾਣਦਾ ਹੈ ਜੀ। ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਕੋਟ ਅਗਾ ਤੇਰੋ ਨਾਮ ਹਰਨ। ਇਹ ਸੱਚੇ ਸਤਿਗੁਰ ਜੀ ਆਪ ਜੀ ਦਾ ਵੱਡਾ ਪ੍ਰਤਾਪ ਅਸੀਂ ਸੁਣਨਾ ਕੀਤਾ ਹੈ। ਆਪ ਜੀ ਦਾ ਜੋ ਤੇਜ ਤਪ ਹੈ ਇਹ ਬੜਾ ਵੱਡਾ ਹੈ। ਇਹ ਮੇਰੇ ਪ੍ਰਭੂ ਪਰਮਾਤਮਾ, ਇਹ ਅਸੀਂ ਸੁਣ ਲਿਆ। ਕੋਟ ਅਗਾ, ਕਰੋੜਾਂ ਹੀ ਪਾਪ। ਅਗਾ ਕਹਿੰਦੇ ਨੇ ਪਾਪ ਨੂੰ। ਕੋਟ ਪ੍ਰਕਾਰ ਦੇ ਪਾਪ ਨੇ ਜਿਹੜੇ
ਇਹ ਅਸੀਂ ਕੀਤੇ ਨੇ ਤੇਰੋ ਨਾਮ ਹਰਨ, ਤੇ ਇਹ ਸਾਰੇ ਪਾਪਾਂ ਨੂੰ ਤੇਰਾ ਨਾਮ ਹੈ ਜਿਹੜਾ ਇਹ ਨਾਸ਼ ਕਰਨ ਵਾਲਾ ਹੈ। ਹਰਨ ਦਾ ਅਰਥ ਹੁੰਦਾ ਨਾਸ਼ ਕਰਨ ਵਾਲਾ। ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਆਪ ਜੀ ਦਾ ਇਹ ਤੇਜ ਤਪ ਸੁਣ ਦੇ ਵਿੱਚ ਆਇਆ। ਅਸੀਂ ਸੁਣਿਆ ਕਿ ਕਰੋੜਾਂ ਪ੍ਰਕਾਰ ਦੇ ਪਾਪ ਨੇ ਜਿਹੜੇ ਉਹ ਤੇਰੇ ਨਾਮ ਜਪਣ ਦੇ ਨਾਲ, ਤੇਰਾ ਨਾਮ ਸਿਮਰਨ ਕਰਨ ਦੇ ਨਾਲ ਨਾਸ਼ ਹੋ ਜਾਂਦੇ ਹਨ ਜੀ। ਤੁਮਰੋ ਸੁਹਾਓ ਸਦਾ ਸਦ ਫੂਲਨ, ਤੁਮਰੋ ਬਿਰਦ ਪਤਤ ਉਦਾਹਰਣ। ਸੁਹਾਵ ਦਾ ਅਰਥ ਹੁੰਦਾ ਸੁਭਾਅ। ਮਨੁੱਖ ਜਿਹੜਾ ਇਹ ਸੁਭਾਅ ਕਰਕੇ ਹੀ ਆਪਣਾ ਜੀਵਨ ਹੈ ਜਿਹੜਾ ਉਸ ਨੂੰ ਜਿਉ ਰਿਹਾ ਹੈ। ਚੰਗਾ ਹੈ ਤੇ ਚੰਗੇ ਸੁਭਾਅ ਦੇ ਨਾਲ ਹੈ, ਮਾੜਾ ਹੈ ਤੇ ਮਾੜੇ ਸੁਭਾਅ ਦੇ ਨਾਲ ਹੈ। ਹਮਰੋ ਸੁਹਾਉ ਸਦਾ ਸਦ ਭੁੱਲਣ, ਸਾਡਾ ਹੁਣ ਸੁਭਾਅ ਇਸ ਤਰ੍ਹਾਂ ਦਾ ਕਿ ਅਸੀਂ ਸਦੀਵੀ ਭੁੱਲਣ ਹਾਰੇ ਹਾਂ। ਸਦਾ ਸਦ ਦਾ ਅਰਥ ਹੈ ਸਦਾ ਹੀ, ਹਰ ਵਕਤ, ਸਦੀਵੀ। ਸਾਡਾ ਸੁਭਾਅ ਇਸ ਤਰ੍ਹਾਂ ਦਾ ਅਸੀਂ ਸਦਾ ਭੁੱਲਣ ਦੇ ਵਿੱਚ ਰਹਿੰਦੇ ਹਾਂ। ਤੁਮਰੋ ਬਿਰਦ, ਤੇ ਆਪ ਜੀ ਦਾ ਜਿਹੜਾ ਸੁਭਾਅ ਹੈ ਪਤਤ ਉਦਾਹਰਨ, ਪਾਪੀਆਂ ਨੂੰ ਉਦਾਹਰਨ ਵਾਲਾ, ਪਾਪੀਆਂ ਦਾ ਭਲਾ ਕਰਨ ਵਾਲਾ। ਇਹ ਮੇਰੇ ਸੱਚੇ ਸਤਿਗੁਰ ਜੀ, ਹਮਰੋ ਸੁਹਾਓ ਸਦਾ ਸਦ ਭੁੱਲਣ, ਅਸੀਂ ਭੁੱਲਣ ਦੇ ਵਿੱਚ ਹਾਂ, ਭੁੱਲਣਹਾਰ ਹਾਂ, ਭੁੱਲ ਜਾਂਦੇ ਹਾਂ। ਇਹ ਸਾਡਾ ਸੁਭਾਅ ਬਣਿਆ ਹੋਇਆ ਹੈ, ਇਸ ਤਰ੍ਹਾਂ ਦੀ ਅਸੀਂ ਆਦਤ ਵਾਲੇ ਹਾਂ। ਤੁਮਰੋ ਬਿਰਦ, ਤੇ ਆਪ ਜੀ ਦੀ ਜੋ ਮਰਿਆਦਾ ਹੈ, ਆਪ ਜੀ ਦਾ ਜੋ ਸੁਭਾਅ ਹੈ ਪਤਤ ਉਦਾਹਰਨ, ਪਤਤ ਕਹਿੰਦੇ ਨੇ ਪਾਪੀਆਂ ਨੂੰ, ਉਦਾਹਰਨ ਕਹਿੰਦੇ ਨੇ ਉਦਾਹਰਨ ਵਾਲੇ। ਆਪ ਪਾਪੀਆਂ ਦਾ ਭਲਾ ਕਰਨ ਵਾਲੇ ਹੋ ਜੀ। ਕਰਨਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਕਰਨਾ ਮੈਂ, ਤੂੰ ਕਿਰਪਾ ਦਾ ਘਰ ਹੈ, ਕਿਰਪਾਲ ਤੇ ਕਿਰਪਾ ਕਰਦਾ ਹੈ, ਕਿਰਪਾ ਕਰਕੇ ਸਾਨੂੰ ਪਾਲ ਰਿਹਾ ਹੈ। ਕਿਰਪਾ ਨਿਧ, ਤੇ ਕਿਰਪਾ ਦਾ ਖਜ਼ਾਨਾ ਹੈ। ਜੀਵਨ ਪਦ ਨਾਨਕ ਹਰ ਦਰਸ਼ਨ, ਆਪ ਜੀ ਦੇ ਦਰਸ਼ਨਾਂ ਦੇ ਨਾਲ ਜੀਵਨ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਜੀਵਨ ਪਦ, ਇਹ ਜੀਵਨ ਪਦਵੀ ਹੈ। ਅਸੀਂ ਮਨੁੱਖਾ ਸਰੀਰ ਲੈ ਕੇ ਆਏ ਹਾਂ, ਜੇ ਇਹ ਸਫਲ ਹੋ ਜਾਵੇ ਤੇ ਅਸੀਂ ਜੀਵਨ ਦੀ ਪਦਵੀ ਹੈ ਜਿਹੜੀ ਉਸ ਨੂੰ ਪ੍ਰਾਪਤ ਕਰ ਲਈਏ। ਜਿਵੇਂ ਅਹੁਦੇ ਹੁੰਦੇ ਨੇ, ਕੋਈ ਮੈਂਬਰ ਹੈ, ਕੋਈ ਸਰਪੰਚ ਹੈ, ਕੋਈ ਚੇਅਰਮੈਨ ਹੈ, ਕੋਈ ਉਸ ਤੋਂ ਹੋਰ ਉੱਪਰ, ਇਹ ਸਾਰੀਆਂ ਪਦਵੀਆਂ ਨੇ, ਇਹਨਾਂ ਨੂੰ ਪਦਵੀ ਆਖਿਆ ਗਿਆ ਹੈ। ਉਸੇ ਤਰ੍ਹਾਂ ਮਨੁੱਖਾ ਜੀਵਨ ਹੈ ਜਿਹੜੀ, ਇਹਦੀ ਪਦਵੀ ਹੈ ਉੱਚਾ ਤੇ ਸੁੱਚਾ ਜੀਵਨ, ਸ੍ਰੇਸ਼ਟਾਈ ਵਾਲਾ ਜੀਵਨ, ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ ਜੀਵਨ, ਇਹ ਇਸ ਦਾ ਜੀਵਨ ਪਦ ਹੈ। ਇਸ ਜੀਵਨ ਦੇ ਵਿੱਚ ਅਸੀਂ ਇਸ ਅਹੁਦੇ ਤੇ ਪਹੁੰਚਣਾ ਹੈ। ਜੇ ਇਸ ਅਹੁਦੇ ਤੇ ਪਹੁੰਚ ਗਏ ਤੇ ਅਸੀਂ ਜੀਵਨ ਵਾਲੀ ਪਦਵੀ ਜਿਹੜੀ ਉਹਨੂੰ ਪਾ ਲਿਆ ਹੈ। ਨਹੀਂ ਤਾਂ ਫਿਰ ਇਹ ਮਨੁੱਖਾ ਜੀਵਨ ਹੈ ਨਾ ਜਿਹੜਾ, ਇਹ ਆਮ ਜੂਨਾਂ ਨੇ ਜਿਹੜੀਆਂ, ਉਹਨਾਂ ਤੋਂ ਬਾਹਲਾ ਚੰਗਾ ਨਹੀਂ। ਮੈਂ ਥੋੜੀ ਜਿਹੀ ਹੋਰ ਖੇਚਲਾ ਕਰਾਂਗਾ ਤਾਂ ਕਿ ਗੱਲ ਦੀ ਸਮਝ ਆ ਜਾਵੇ। ਜੀਵਨ ਪਦ ਪਦਵੀਆਂ ਨੇ, ਜਿਵੇਂ ਸੰਸਾਰਿਕ ਪਦਵੀਆਂ ਨੇ, ਕੋਈ ਛੋਟਾ ਅਫਸਰ ਹੈ, ਛੋਟੀ ਪਦਵੀ ਤੇ ਹੈ, ਕੋਈ ਉਸ ਤੋਂ ਉੱਚੀ ਵੱਡੀ ਪਦਵੀ ਤੇ ਹੈ। ਤੇ ਸਿਖਰ ਪਦਵੀ ਹੈ ਜਿਹੜੀ, ਉਹ ਰਾਸ਼ਟਰਪਤੀ ਦੀ ਹੁੰਦੀ ਹੈ। ਸਭ ਤੋਂ ਉੱਚੀ ਪਦਵੀ ਇਹ ਹੈ। ਇਸ ਤੋਂ ਬਾਕੀ ਪਦਵੀਆਂ ਨੇ ਜਿਹੜੀਆਂ, ਉਹ ਸਾਰੀਆਂ ਥੱਲੇ ਨੇ। ਇਸੇ ਤਰ੍ਹਾਂ ਜਿਤਨੀਆਂ ਵੀ ਜੂਨਾਂ ਨੇ, ਉਹਨਾਂ ਵਿੱਚੋਂ ਮਨੁੱਖਾ ਜੀਵਨ ਹੈ ਜਿਹੜਾ, ਇਹਦੀ ਸਭ ਤੋਂ ਉੱਚੀ ਪਦਵੀ ਹੈ। ਪਰ ਸਵਾਲ ਇਹ ਕਿ ਇਹਨੇ ਇਸ ਪਦਵੀ ਨੂੰ ਪ੍ਰਾਪਤ ਕੀਤਾ ਹੋਵੇ। ਜੇ ਇਸ ਪਦਵੀ ਨੂੰ ਪ੍ਰਾਪਤ ਕੀਤਾ ਤੇ ਫਿਰ ਇਹਨੇ ਆਪਣੇ ਜੀਵਨ ਨੂੰ ਸਫਲ ਕਰ ਲਿਆ ਹੈ। ਨਹੀਂ ਤਾਂ ਫਿਰ ਆਮ ਜੂਨਾਂ ਨੇ ਜਿਹੜੀਆਂ, ਉਹਨਾਂ ਨਾਲੋਂ ਜ਼ਿਆਦਾ ਚੰਗਾ ਨਹੀਂ ਇਹ। ਜਿਵੇਂ ਗੁਰਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ ਹੈ, ਤਾਂ ਮਨੁੱਖ ਪਰ ਕੰਮ ਨੇ ਨਾ ਜਿਹੜੇ, ਉਹ ਪਸ਼ੂਆਂ ਵਾਲੇ। ਇਹ ਹੁਣ ਪਸ਼ੂ ਪਦਵੀ ਹੈ, ਮਨੁੱਖਾ ਜੀਵਨ ਦੀ ਪਦਵੀ ਨਹੀਂ। ਜਦੋਂ ਪਸ਼ੂਆਂ ਵਾਲੇ ਸਾਰੇ ਕੰਮ ਨੇ ਤੇ ਪਦਵੀ ਹੈ ਜਿਹੜੀ, ਉਹ ਪਸ਼ੂਆਂ ਵਾਲੀ ਹੈ। ਇਹ ਪਸ਼ੂਆਂ ਦੀਆਂ ਵੀ ਵੱਖੋ ਵੱਖਰੀਆਂ ਪਦਵੀਆਂ ਨੇ। ਜਿਹੜਾ ਮਨੁੱਖ ਗਧੇ ਦੀ ਤਰ੍ਹਾਂ, ਗਧੇ ਦੇ ਸੁਭਾਅ ਵਾਲਾ ਹੋਵੇ, ਅਸੀਂ ਕਹਿ ਦਿੰਦੇ ਇਹ ਬੰਦਾ ਤਾਂ ਗਧਾ ਹੈ। ਨਹਾਉਣ ਧੋਣ ਦੇ ਵਿੱਚ ਗਧਾ ਉਹ ਲਿਬੜ ਕੇ ਰਾਜੀ ਰਹਿੰਦਾ ਹੈ। ਗਧਾ ਜਿਹੜਾ ਉਹ ਰੂੜੀਆਂ ਤੇ ਫਿਰ ਕੇ ਰਾਜੀ ਰਹਿੰਦਾ ਹੈ। ਗਧਾ ਜਿਹੜਾ, ਉਹਨੂੰ ਜਿੰਨਾ ਕੋ ਡੰਡਾ ਮਾਰਾਂਗੇ ਉਹਨਾਂ ਕੋ ਕੰਮ ਕਰ ਦਿੰਦਾ। ਜੇ ਕਿਸੇ ਦਾ ਇਸ ਤਰ੍ਹਾਂ ਦਾ ਸੁਭਾਅ ਹੋਵੇ, ਇਸ ਤਰ੍ਹਾਂ ਦੀ ਆਦਤ ਹੋਵੇ, ਮੈਲਾ ਤੈਲਾ ਤੇ ਵਕਾਰਾਂ ਵਾਲੀਆਂ ਰੂੜੀਆਂ ਤੇ ਫਿਰਨ ਵਾਲਾ ਹੋਵੇ,
ਜਿਤਨੀ ਕੋ ਗੱਲ ਕਹਿਤੀ ਉਤਨੀ ਕੋ ਸੁਣ ਕੇ ਉਤਨਾ ਕੋ ਕਰ ਦਿੱਤਾ। ਫਿਰ ਅੱਗੇ ਫਿਰ ਇਹਨੂੰ ਕਹਿਣਾ ਪਏਗਾ। ਆਪਣੇ ਆਪ ਅੰਦਰ ਅਨੁਭਵ ਨਹੀਂ ਆਉਂਦਾ ਵੀ ਮੈਨੂੰ ਕੁਝ ਕਰਨਾ ਚਾਹੀਦਾ ਇਸ ਤੋਂ ਅੱਗੇ ਵੀ। ਇਹ ਹੁਣ ਗਧੇ ਵਾਲੀ ਪਦਵੀ। ਇਸੇ ਤਰ੍ਹਾਂ ਬਾਕੀ ਪਸ਼ੂ ਨੇ ਜਿਹੜੇ, ਉਹਨਾਂ ਦੀਆਂ ਵੀ ਆਪੋ ਆਪਣੀਆਂ ਪਦਵੀਆਂ ਨੇ, ਪਰ ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜੀਵਨ ਪਦਵੀ ਦੀ। ਇਹ ਸੱਚੇ ਸਤਿਗੁਰੂ ਜੀ, ਜੀਵਨ ਪਦ ਨਾਨਕ ਹਰ ਦਰਸ਼ਨ, ਜੇ ਤੇਰੇ ਦਰਸ਼ਨ ਪ੍ਰਾਪਤ ਹੋ ਜਾਣ ਨਾ, ਤੇਰੇ ਦਰਸ਼ਨਾਂ ਦੇ ਨਾਲ ਇਹ ਮਨੁੱਖਾ ਜੀਵਨ ਹੈ ਜਿਹੜਾ ਇਹ ਉੱਚ ਪਦਵੀ ਨੂੰ ਪ੍ਰਾਪਤ ਕਰਕੇ ਤੇ ਆਪ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਸਕਦਾ ਹੈ। ਤੂੰ ਕਿਰਪਾਲੂ ਹੈ, ਕਿਰਪਾ ਦੇ ਨਾਲ ਸਾਨੂੰ ਪਾ ਰਿਹਾ ਹੈ ਤੇ ਕਿਰਪਾ ਦਾ ਖਜ਼ਾਨਾ ਹੈ ਜੀ। ਬਿਲਾਵਲ ਮਹੱਲਾ ਪੰਜਵਾ। ਐਸੀ ਕਿਰਪਾ ਮੋਹਿ ਕਰਹੁ। ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਦੇ ਅੱਗੇ ਬੇਨਤੀ ਕਰਦੇ ਨੇ ਕਿ ਸਾਡੇ ਤੇ ਇਸ ਤਰ੍ਹਾਂ ਦੀ ਕਿਰਪਾ ਹੋ ਜਾਵੇ। ਐਸੀ ਕਿਰਪਾ ਮੋਹਿ ਕਰੋ। ਮੋਹਿ ਦਾ ਅਰਥ ਹੈ ਮੇਰੇ ਤੇ, ਸਾਡੇ ਤੇ ਇਸ ਤਰ੍ਹਾਂ ਦੀ ਕਿਰਪਾ ਕਰੋ, ਇਸ ਤਰ੍ਹਾਂ ਦੀ ਰਹਿਮਤ ਕਰੋ। ਉਹ ਅਗਲੀ ਤੁਕ ਦੇ ਵਿੱਚ ਦੱਸਦੇ ਹਨ ਜੀ। ਸੰਤ ਹੈ ਚਰਨ ਹਮਾਰੋ ਮਾਥਾ, ਨੈਣ ਦਰਸ ਤਨ ਧੂਰ ਪਰਹੋ। ਇਹ ਕਿਰਪਾ ਮੰਗਦੇ ਨੇ। ਸੰਤ ਹੈ ਚਰਨ, ਸੰਤ ਦਾ ਬਹੁਵਚਨ ਸੰਤਨ ਹੈ, ਸੰਤ ਦਾ ਬਹੁਵਚਨ ਸੰਤ ਹੈ। ਸੰਤ ਹੈ ਚਰਨ ਹਮਾਰੋ ਮਾਥਾ। ਆਪ ਜੀ ਦੀ ਜੋ ਸਤ ਸੰਗਤ ਹੈ, ਆਪ ਜੀ ਦੇ ਜੋ ਸੰਤ ਸਰੂਪ ਨੇ, ਉਹਨਾਂ ਦੇ ਚਰਨ ਹੋਣ ਤੇ ਸਾਡਾ ਜਿਹੜਾ ਮੱਥਾ ਹੈ ਨਾ, ਉਹਨਾਂ ਚਰਨਾਂ ਦੇ ਉੱਤੇ ਰੱਖਿਆ ਹੋਵੇ। ਧੰਨ ਗੁਰੂ ਦਸਵੇਂ ਪਾਤਸ਼ਾਹ ਨੇ ਜਿਸ ਵਕਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਤੇ ਸੰਗਤਾਂ ਨੇ ਸਵਾਲ ਕੀਤਾ ਸੀ, ਭਾਈ ਨੰਦ ਲਾਲ ਵੀ ਉਹ ਸੰਗਤ ਦੇ ਵਿੱਚ ਉੱਥੇ ਹਾਜ਼ਰ ਸਨ। ਸੰਗਤਾਂ ਨੇ ਪੁੱਛਿਆ, ਹੇ ਸੱਚੇ ਸਤਿਗੁਰ ਜੀ, ਜੇ ਆਪ ਜੀ ਦੇ ਦਰਸ਼ਨਾਂ ਦੀ ਸਾਡੇ ਅੰਦਰ ਇੱਛਾ ਭਾਵਨਾ ਬਣੇ ਤੇ ਫਿਰ ਆਪ ਜੀ ਦੇ ਦਰਸ਼ਨ ਕਿਵੇਂ ਹੋਣਗੇ? ਭਾਈ ਨੰਦ ਲਾਲ ਜੀ ਤੇ ਭਾਈ ਗੁਰਦਾਸ ਜੀ ਇਹ ਉਹ ਦੋ ਗੁਰਸਿੱਖ ਨੇ ਜਿਨ੍ਹਾਂ ਨੇ ਜੋ ਕੁਝ ਵੀ ਲਿਖਿਆ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਲਿਖਿਆ। ਇਹਦੇ ਵਿੱਚ ਕੋਈ ਵੀ ਅਤ ਕਥ ਨਹੀਂ ਜਾਂ ਮਥਿਆਸ ਨਹੀਂ ਹੈਗਾ। ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਇਹ ਦੋ ਗੁਰਸਿੱਖ ਗੁਰੂ ਚਰਨਾਂ ਦੇ ਵਿੱਚ ਰਹੇ ਨੇ ਤੇ ਜੋ ਵੀ ਇਹਨਾਂ ਨੇ ਲਿਖਿਆ ਨਾ, ਇਹਨਾਂ ਦੀ ਜਿਤਨੀ ਵੀ ਰਚਨਾ, ਜਿਵੇਂ ਭਾਈ ਗੁਰਦਾਸ ਜੀ ਦੀ ਰਚਨਾ ਹੈ ਕਵਿਤ ਸਵਈਏ ਤੇ ਵਾਰਾਂ, ਇਹਨਾਂ ਨੇ ਜੋ ਵੀ ਲਿਖਿਆ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਚਰਨ ਸਰਨ ਦੇ ਅੰਦਰ ਲਿਖਿਆ ਹੈ। ਇਹਨਾਂ ਦੀ ਲਿਖਤ ਦੇ ਵਿੱਚ ਨਾ ਤਾਂ ਕੁਝ ਮਿਥਿਆਸ ਹੈ ਤੇ ਨਾ ਹੀ ਕੁਝ ਆਪ ਦੇ ਵੱਲੋਂ ਕੋਈ ਖਿਆਲ, ਬਾਅਦ ਦੇ ਵਿੱਚ ਕੋਈ ਖਿਆਲ। ਸਾਰਿਆਂ ਨੂੰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਇਹ ਮਨਜ਼ੂਰੀ ਮਿਲੀ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਧੰਨ ਗੁਰੂ ਅਰਜਨ ਦੇਵ ਜੀ ਨੇ ਤੇ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰੂ ਦੀ ਕੁੰਜੀ ਆਖਿਆ ਸੀ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਨੇ ਵੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਜੋ ਲਿਖਿਆ ਹੈ ਉਹ 3 ਰਚਨਾ ਨੇ। ਜਿਸ ਵਕਤ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਮਹਾਰਾਜ ਜੀ ਅੱਗੇ, ਸੱਚੇ ਸਤਿਗੁਰ ਆਪ ਜੀ ਦੇ ਦਰਸ਼ਨਾਂ ਦੀ ਚਾਹਨਾ ਹੋਵੇ ਤੇ ਫਿਰ ਆਪ ਜੀ ਦੇ ਦਰਸ਼ਨ ਕਿਵੇਂ ਪ੍ਰਾਪਤ ਹੋਣ, ਤੇ ਧੰਨ ਗੁਰੂ ਮਹਾਰਾਜ ਜੀ ਦੇ ਜਿਹੜੇ ਬੋਲ ਸਨ ਨਾ, ਭਾਈ ਨੰਦ ਲਾਲ ਜੀ ਨੇ ਇਹ ਦਰਜ ਕਰ ਲਏ ਨੇ। ਜਿਹੜੀ ਮੈਂ ਗੱਲ ਆਪ ਜੀ ਨੂੰ ਦੱਸਣੀ ਚਾਹੁੰਦਾ ਸੀ, ਭਾਈ ਨੰਦ ਲਾਲ ਜੀ ਨੇ ਦਰਜ ਕੀਤਾ ਹੈ, 3 ਰੂਪ ਮੋਹਿ ਕੇ ਨੰਦ ਜੀ ਸੁਣੋ ਚਿਤ ਲਾਏ। ਧੰਨ ਗੁਰੂ ਮਹਾਰਾਜ ਜੀ ਨੂੰ ਜਦੋਂ ਸਵਾਲ ਕੀਤਾ ਸੰਗਤਾਂ ਨੇ ਵੀ ਸੱਚੇ ਸਤਿਗੁਰ ਜੀ ਆਪ ਜੀ ਦੇ ਦਰਸ਼ਨਾਂ ਦੀ ਚਾਹਨਾ ਹੋ ਜਾਵੇ, ਆਪ ਜੀ ਦੇ ਦਰਸ਼ਨਾਂ ਦੀ ਇੱਛਾ ਹੋ ਜਾਵੇ ਤੇ ਫਿਰ ਅਸੀਂ ਦਰਸ਼ਨ ਕਿਵੇਂ ਕਰੀਏ? ਤੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਰਹਿਣ ਵਾਲਾ ਭਾਈ ਨੰਦ ਲਾਲ ਜੀ, ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਬੋਲ ਨੂੰ ਇੱਕ ਕਵਿਤਾ ਦੇ ਵਿੱਚ, ਛੰਦ ਦੇ ਵਿੱਚ ਦਰਜ ਕੀਤਾ ਹੈ। 3 ਰੂਪ ਮੋਹਿ ਕੇ ਨੰਦ ਜੀ ਸੁਣੋ ਚਿਤ ਲਾਏ, ਨਿਰਗੁਣ ਸਰਗੁਣ ਸ਼ਬਦ ਗੁਰੂ। ਇੱਕ ਮੇਰਾ ਨਿਰਗੁਣ ਸਰੂਪ ਹੈ ਜਿਸ ਦਾ ਆਪਾਂ ਪਿਛਲੇ ਸ਼ਬਦ ਦੇ ਵਿੱਚ ਵਿਚਾਰ ਕੀਤੀ ਹੈ। ਤੂੰ ਸਮਰੱਥਾ, ਜਿਹਨੂੰ ਜੋਰ ਆਖੇ, ਜਿਹਨੂੰ ਸ਼ਕਤੀ ਆਖੇ, ਜਿਹਨੂੰ ਪਾਵਰ ਆਖੇ, ਨਿਰਗੁਣ ਸਰੂਪ ਹੋ ਕੇ ਸਾਡੇ ਅੰਦਰ ਵਰਤਾਰਾ ਕਰ ਰਿਹਾ। ਨਿਰਗੁਣ ਸਰਗੁਣ, ਸਰਗੁਣ ਜਿਹੜਾ ਖਾਲਸਾ ਮੇਰੋ ਰੂਪ ਹੈ ਖਾਸ,
ਇਹ ਸਰਗੁਣ ਸਰੂਪ ਹੈ ਗੁਰੂ ਮਹਾਰਾਜ ਜੀ ਦਾ। ਜੋ ਗੁਰਮੁਖ ਪਿਆਰੇ ਖਾਲਸ ਹੋ ਜਾਂਦੇ ਨੇ, ਖਾਲਸ ਦਾ ਅਰਥ ਹੁੰਦਾ ਸ਼ੁੱਧ, ਜਿਹੜਾ ਅੰਦਰੋਂ ਸ਼ੁੱਧ ਹੈ, ਜਿਹੜਾ ਅੰਦਰੋਂ ਪਵਿੱਤਰ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਸਾਡਾ ਆਪਣੇ ਰੂਪ ਹੈ, ਇਹ ਸਾਡਾ ਸਰਗੁਣ ਸਰੂਪ ਹੈ। ਗੁਰੂ ਮਹਾਰਾਜ ਜੀ ਨੇ ਫਿਰ 5 ਸਿੱਖਾਂ ਨੂੰ ਇਹ ਜਿਹੜੀ ਅੰਮ੍ਰਿਤ ਤਿਆਰ ਕਰਨ ਦੀ ਦਾਤ ਬਖਸ਼ੀ ਹੈ ਨਾ, ਇਹ ਇਸੇ ਮਕਸਦ ਦੇ ਨਾਲ ਹੀ ਬਖਸ਼ੀ ਹੈ ਵੀ ਇਹ ਸ਼ੁੱਧ ਹੋ ਗਏ ਨੇ, ਪਵਿੱਤਰ ਹੋ ਗਏ ਨੇ ਤੇ ਮੇਰਾ ਰੂਪ ਹੋ ਗਏ ਨੇ। ਨਿਰਗੁਣ ਸਰਗੁਣ ਸ਼ਬਦ ਗੁਰੂ ਤੇ ਤੀਜਾ ਸਰੂਪ ਹੈ ਜਿਹੜਾ ਸ਼ਬਦ ਗੁਰੂ, ਜਿੰਦੀ ਚਰਨ ਸ਼ਰਨ ਦੇ ਵਿੱਚ ਅੱਜ ਆਪਾਂ ਬੈਠੇ ਹਾਂ। ਇਹੋ ਜਾਣ हे ਨੰਦ ਲਾਲ ਜੀ, ਇਹ ਤੁਸੀਂ ਜਾਣਨਾ ਕਰੋ, ਇਹ ਸਾਡੇ 3 ਰੂਪ ਨੇ। ਅੱਜ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰ ਰਹੇ ਨੇ। ਸੰਤ ਹੈ ਚਰਨ, ਇਹ ਸਰਗੁਣ ਸਰੂਪ ਹੈ। ਸਤ ਸੰਗਤ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਇਹ ਸਰਗੁਣ ਸਰੂਪ ਹੈ। ਚਰਨ ਹਮਾਰੋ ਮਾਤਾ, ਹੈ ਸੱਚੇ ਸਤਿਗੁਰ ਜੀ ਆਪ ਜੀ ਦੇ ਜੋ ਸੰਤ ਸਰਗੁਣ ਸਰੂਪ ਹੋ ਗਏ ਨੇ, ਉਹਨਾਂ ਦੇ ਚਰਨ ਹੋਣ ਤੇ ਸਾਡਾ ਮੱਥਾ ਹੋਵੇ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਸੰਤੇ ਚਰਨ ਹਮਾਰੋ ਮਾਥਾ, ਜਿਹੜੇ ਸਰਗੁਣ ਸਰੂਪ ਸੰਤ ਗੁਰੂ ਮਹਾਰਾਜ ਜੀ ਦਾ ਰੂਪ ਹੋ ਗਏ ਨੇ, ਉਹਨਾਂ ਦੇ ਚਰਨ ਤੇ ਸਾਡਾ ਮੱਥਾ ਹੋਵੇ। ਨੈਣ ਦਰਸ, ਨੇਤਰਾਂ ਦੇ ਨਾਲ ਅਸੀਂ ਦਰਸ਼ਨ ਕਰੀਏ। ਤਨ ਧੂਰ ਪਰੋ, ਤੇ ਉਹਨਾਂ ਦੇ ਚਰਨਾਂ ਦੀ ਧੂੜੀ ਹੈ ਜਿਹੜੀ ਇਹ ਸਾਡੇ ਸਰੀਰ ਦੇ ਉੱਤੇ ਪੈਣੀ ਕਰੇ। ਐਸੀ ਕਿਰਪਾ ਮੋਹਿ ਕਰੋ, ਇਹ ਸਾਡੇ ਤੇ ਕਿਰਪਾ ਆਪ ਕਰਨੀ ਕਰੋ ਜੀ। ਰਹਾਉ ਗੁਰ ਕੋ ਸ਼ਬਦ ਮੇਰਾ ਹੀਰੈ ਬਸੈ, ਹਰ ਨਾਮਾ ਮਨ ਸੰਗ ਧਰੋ। ਵਿਸ਼ਰਾਮ ਲਾ ਕੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਜਿੱਥੇ ਸਰਗੁਣ ਸਰੂਪ ਦੇ ਦਰਸ਼ਨ ਮੰਗੇ ਨੇ, ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਰੱਖਣਾ ਹੈ, ਚਰਨਾਂ ਦੀ ਧੂੜ ਦੇ ਵਿੱਚ ਸਰੀਰ ਦਾ ਇਸ਼ਨਾਨ ਕਰਨਾ ਹੈ, ਨੇਤਰਾਂ ਦੇ ਨਾਲ ਦਰਸ਼ਨ ਕਰਨੇ ਨੇ। ਤੇ ਹੁਣ ਹਿਰਦੇ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਜਿਹੜਾ ਤੀਜਾ ਰੂਪ ਹੈ ਨਾ ਸ਼ਬਦ ਗੁਰੂ, ਇਹਨੂੰ ਰੱਖਣਾ। ਮੈਂ ਇੱਕ ਵਾਰੀ ਫਿਰ ਨਾ ਥੋੜਾ ਜਿਹਾ ਦੱਸ ਦਿਆਂ ਤਾਂ ਕਿ ਪਾਵਨ ਸ਼ਬਦ ਦੀ ਸਮਝ ਆ ਜਾਵੇ। ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਸਤਿਗੁਰ ਜੀ ਆਪ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਚੱਲਿਓ, ਤੇ ਜੇ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਚਾਹਣਾ ਹੋਵੇ ਤੇ ਫਿਰ ਆਪ ਕਿਰਪਾ ਕਰਕੇ ਸਾਨੂੰ ਗਿਆਨ ਦੀ ਦਾਤ ਬਖਸ਼ੋ। ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸੰਗਤਾਂ ਨੂੰ ਆਖਿਆ ਕਿ ਸਾਡਾ ਨਿਰਗੁਣ ਸਰੂਪ ਹੈ। ਚੱਕਰ ਚਿਹਨ ਅਰ ਬਰਨ ਜਾਤ ਨਹਿਨ, ਜੇ ਰੂਪ ਰੰਗ ਰੇਖ ਪੇ ਕੋ ਕਹਿ ਨ ਸਕਤ ਕੇ। ਅਚਲ ਮੂਰਤਨ ਪਉ ਪ੍ਰਕਾਸ਼ਮ, ਤੋਜ ਕਹੀ ਜੈ। ਕੋੜ ਇੰਦਰ ਅੰਦਰਾਨ ਸਾਹੇ ਸਹਾਨ ਗਣੀ ਜੈ। ਇਹ ਉਸ ਦਾ ਨਿਰਗੁਣ ਸਰੂਪ ਹੈ। ਧੰਨ ਗੁਰੂ 10ਵੇਂ ਪਾਤਸ਼ਾਹ ਦਾ ਇਹ ਨਿਰਗੁਣ ਸਰੂਪ ਹੈ। ਤੇ ਦੂਜਾ ਸਰਗੁਣ ਸਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਇਹ ਸਰਗੁਣ ਸਰੂਪ ਹੈ। ਐਸੀ ਕਿਰਪਾ ਮੋਹਿ ਕਰੋ, ਇਸ ਤਰ੍ਹਾਂ ਦੀ ਮੇਰੇ ਤੇ ਕਿਰਪਾ ਕਰ ਲੋ ਜੀ। ਜੋ ਆਪ ਜੀ ਦਾ ਸਰਗੁਣ ਸਰੂਪ ਹੈ ਨਾ, ਖਾਲਸਾ ਸੰਤ ਮਹਾਂਪੁਰਸ਼, ਉਹਨਾਂ ਦੇ ਚਰਨ ਹੋਣ ਤੇ ਅਸੀਂ ਉਹਨਾਂ ਦੇ ਚਰਨਾਂ ਤੇ ਆਪਣਾ ਮੱਥਾ ਰਗੜਨਾ ਕਰੀਏ, ਮੱਥਾ ਰੱਖੀਏ। ਨੈਣ ਦਰਸ, ਤੇ ਇਹਨਾਂ ਨੇਤਰਾਂ ਦੇ ਨਾਲ ਆਪ ਜੀ ਦੇ ਖਾਲਸੇ ਰੂਪ ਦੇ ਦਰਸ਼ਨ ਵੀ ਕਰੀਏ। ਤਨ ਧੂਰ ਪਰੋ, ਤੇ ਇਸ ਸਰੀਰ ਦੇ ਉੱਤੇ ਜਿਹੜੀ ਧੂੜੀ ਹੈ ਨਾ, ਉਹ ਵੀ ਇਹਨਾਂ ਦੇ ਚਰਨਾਂ ਦੀ ਪਵੇ। ਤੇ ਹੁਣ ਸ਼ਬਦ ਗੁਰੂ ਹੈ ਜਿਹੜਾ ਗੁਰ ਕੇ ਸ਼ਬਦ ਮੇਰੇ ਹੀਰੇ ਬਸ ਹੈ, ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਆਪ ਜੀ ਦਾ ਤੀਜਾ ਰੂਪ ਹੈ ਜਿਹੜਾ ਸ਼ਬਦ ਗੁਰੂ, ਇਹ ਮੇਰੇ ਹਿਰਦੇ ਦੇ ਵਿੱਚ ਵਸ ਜਾਵੇ। ਹਰ ਨਾਮਾ ਮਨ ਸੰਗ ਤਰੋ, ਤੇ ਹਰੀ ਪਰਮਾਤਮਾ ਦਾ ਨਾਮ ਹੈ ਜਿਹੜਾ, ਇਹਨੂੰ ਮੈਂ ਆਪਣੇ ਮਨ ਦੀ ਸੰਗਤ ਬਣਾ ਕੇ ਰੱਖਾਂ। ਗੁਰ ਕੋ ਸ਼ਬਦ ਮੇਰੇ ਹੀਰੇ ਬਾਸੇ, ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਦਾ ਜੋ ਸ਼ਬਦ ਸਰੂਪ ਹੈ ਇਹ ਮੇਰੇ ਹਿਰਦੇ ਦੇ ਵਿੱਚ ਵਸ ਜਾਵੇ। ਹਰ ਨਾਮਾ ਮਨ ਸੰਗ ਧਰੋ, ਤੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜਿਹੜਾ, ਇਹਦੀ ਸੰਗਤ ਮੇਰੇ ਮਨ ਨੂੰ ਪ੍ਰਾਪਤ ਹੋ ਜਾਵੇ। ਹੁਣ ਇੱਥੇ ਨਾ ਹਰ ਨਾਮਾ ਤੇ ਸ਼ਬਦ ਦੇ ਵਿੱਚ ਜੋ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਹੈ ਨਾ, ਇਹ ਗੁਰੂ ਮਹਾਰਾਜ ਜੀ ਦਾ ਸ਼ਬਦ ਹੈ, ਉਪਦੇਸ਼ ਹੈ। ਤੇ ਵਾਹਿਗੁਰੂ ਗੁਰਮੰਤਰ ਹੈ, ਇਹ ਹਰੀ ਪਰਮਾਤਮਾ ਦਾ ਨਾਮ ਹੈ। ਸੰਗਤ ਵਾਹਿਗੁਰੂ ਦੀ ਕਰਨੀ ਹੈ। ਮਨ ਜਿਹੜਾ ਹੈ ਇਹ ਵਾਹਿਗੁਰੂ ਦੇ ਨਾਲ ਇਕਾਗਰ ਹੋਏਗਾ, ਤੇ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜਿਹੜੀ, ਇਹਦਾ ਜੋ ਉਪਦੇਸ਼ ਹੈ ਨਾ, ਇਹਨੂੰ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਹੈ।
ਡਾਰੇ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦਾ ਰੱਖਣਾ ਹੈ, ਸਿਮਰਨ ਵਾਹਿਗੁਰੂ ਦਾ ਕਰਨਾ ਹੈ। ਜਿਵੇਂ ਮਾਤਾ ਪਿਤਾ ਨੇ, ਉਹਨਾਂ ਨੇ ਘਰ ਦੇ ਵਿੱਚੋਂ ਜਾਣ ਤੋਂ ਪਹਿਲੋਂ ਬੱਚੇ ਨੂੰ ਸੁਚੇਤ ਕਰ ਦਿੱਤਾ ਵੀ ਮਾਲ ਪਸ਼ੂ ਹੈ ਜਿਹੜਾ ਇਹ ਨੀਰਾ ਚਾਰਾ ਕੁਰਲੀ ਤੇ ਛਕ ਰਿਹਾ ਹੈ, ਤੇ ਜਦੋਂ ਥੋੜੀ ਜਿਹੀ ਧੁੱਪ ਹੋ ਗਈ ਇਹਨਾਂ ਨੇ ਖਾ ਪੀ ਲਿਆ ਤੇ ਤੂੰ ਇਹਨਾਂ ਨੂੰ ਪਾਣੀ ਪਿਆ ਕੇ ਤੇ ਅੰਦਰ ਬਰਾਂਡੇ ਦੇ ਵਿੱਚ ਬੰਨ੍ਹ ਦੇਣਾ ਹੈ। ਹੁਣ ਜੇ ਤਾਂ ਭਾਈ ਯੋਗ ਬੱਚਾ ਹੈ, ਨਾ ਆਗਿਆਕਾਰੀ ਬੱਚਾ ਹੈ, ਤੇ ਉਹ ਇਸ ਗੱਲ ਦੀ ਗੌਰ ਕਰੇਗਾ, ਇੱਕ ਦੋ ਵਾਰੀ ਉੱਠ ਕੇ ਵੇਖੇਗਾ ਵੀ ਹਾਂ ਖਾ ਲਿਆ ਜਾਂ ਨਹੀਂ ਖਾ ਲਿਆ। ਜਦੋਂ ਵੇਖੇਗਾ ਵੀ ਇਹਨਾਂ ਨੇ ਕੁਰਲਾ ਖਾਲੀ ਕਰ ਦਿੱਤਾ ਹੈ, ਉਦੋਂ ਨਾਲ ਦੀ ਨਾਲ ਖੜਾ ਹੋ ਕੇ ਪਾਣੀ ਪਿਆ ਕੇ ਤੇ ਛਾਵੇਂ ਬੰਨ੍ਹ ਦੇਗਾ। ਇਹਨੇ ਆਪਣੇ ਪਿਤਾ ਦੇ ਉਪਦੇਸ਼ ਨੂੰ ਆਪਣੇ ਅੰਦਰ ਡਰ ਬਣਾ ਕੇ ਵਸਾਇਆ ਹੋਇਆ ਹੈ ਵੀ ਇਹ ਮੇਰੇ ਪਿਤਾ ਜੀ ਕਹਿ ਗਏ ਸਨ ਤੇ ਮੈਂ ਇਹ ਕਰਨਾ ਹੈ। ਇਸੇ ਤਰ੍ਹਾਂ ਜੇ ਕੋਈ ਨਿਕੰਮਾ ਹੋਵੇ ਨਾ, ਤੇ ਉਹਨੇ ਫਿਰ ਮੋਬਾਈਲ ਦਾ ਖਹਿੜਾ ਹੀ ਨਹੀਂ ਛੱਡਣਾ, ਤੇ ਮਾਤਾ ਪਿਤਾ ਜਦੋਂ ਮੁੜ ਕੇ ਆਉਣਗੇ ਨਾ, ਮੱਝ ਦੀ ਅੱਧੀ ਕੁ ਗਿੱਠ ਜੀਭ ਬਾਹਰ ਕੱਢੀ ਹੋਏਗੀ, ਧੁੱਪ ਦੇ ਵਿੱਚ ਖੜੀ ਵਿਚਾਰੀ ਤਰਸਰੀ ਹੋਏਗੀ, ਤੇ ਮਾਤਾ ਪਿਤਾ ਆਣ ਕੇ ਕਲਪਣਗੇ, ਆਖਣਗੇ ਤੈਨੂੰ ਅਸੀਂ ਕਹਿ ਕੇ ਗਏ ਸੀ ਵੀ ਇਹਨਾਂ ਨੂੰ ਛਾਵੇਂ ਬੰਨ੍ਹ ਦੀ, ਤੇ ਤੂੰ ਮੋਬਾਈਲ ਦੇ ਵਿੱਚੋਂ ਨਿਕਲਿਆ ਹੀ ਨਹੀਂ, ਤੈਨੂੰ ਇਹ ਨਹੀਂ ਪਤਾ ਲੱਗਿਆ ਵੀ ਦੁਪਹਿਰਾ ਹੋ ਗਿਆ। ਹੁਣ ਇਹ ਸ਼ਬਦ ਹੈ ਜਿਹੜਾ ਕਿਹਾ ਜਾਂਦਾ ਵੀ ਤੂੰ ਇਸ ਤਰ੍ਹਾਂ ਕਰਨਾ ਹੈ, ਇਹਨੂੰ ਸ਼ਬਦ ਆਖੇ। ਇਹਦਾ ਅਰਥ ਉਪਦੇਸ਼ ਕਰਦੇ ਨੇ। ਸ਼ਬਦ ਦੇ ਜਿਹੜੇ ਇਹਦੇ 3-4 ਅਰਥ ਬਣਦੇ ਨੇ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ ਨਾ, ਉਹਨੂੰ ਅਸੀਂ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ, ਭਾਵ ਉਸ ਦੇ ਅਨੁਸਾਰੀ ਜੀਵਨ ਨੂੰ ਜਿਉਣਾ ਹੈ। ਆਖੇ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਦੇ। ਇਸ ਤਰ੍ਹਾਂ ਸਮਝ ਲਓ, ਜਿਵੇਂ ਕੋਈ ਯੋਗ ਬੱਚਾ ਆਪਣੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਹੈ ਨਾ, ਉਸੇ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿਣੇ ਦੇ ਵਿੱਚ ਰਹਿਣਾ ਹੈ। ਤੇ ਸਿਮਰਨ ਹੈ ਜਿਹੜਾ ਉਹ ਵਾਹਿਗੁਰੂ ਦਾ ਕਰਨਾ ਹੈ। ਗੁਰ ਕੋ ਸ਼ਬਦ ਮੇਰੇ ਹੀਰੇ ਬਾਸੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਪਦੇਸ਼ ਦੇ ਰਹੇ ਨੇ, ਜੋ ਹੁਕਮ ਕਰ ਰਹੇ ਨੇ, ਅਸੀਂ ਇਹਨਾਂ ਦੇ ਕਹਿਣੇ ਦੇ ਵਿੱਚ ਰਹਿਣਾ ਹੈ। ਇਹ ਤਾਂ ਹੈ ਹਿਰਦੇ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਵਿਛਾਉਣਾ। ਹਰ ਨਾਮਾ ਮਨ ਸੰਗ ਤਰੋ, ਤੇ ਜਿਹੜਾ ਵਾਹਿਗੁਰੂ ਵਾਹਿਗੁਰੂ ਮਨ ਦੇ ਨਾਲ ਸਿਮਰਦਾ ਰਹਿਣਾ ਹੈ, ਇਹ ਮਨ ਦੀ ਸੰਗਤ ਹੈ ਜਿਹੜੀ ਇਹ ਵਾਹਿਗੁਰੂ ਸ਼ਬਦ ਨੂੰ ਕੀਤੀ ਹੈ ਜੀ। ਦਸ ਕਰ ਪੰਚ ਨਿਵਾਰਹੁ ਠਾਕੁਰ, ਸਗਲੋ ਭਰਮਾ ਇਹੋ ਜਰਹੁ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਤਸਕਰ, ਤਸਕਰ ਦਾ ਅਰਥ ਹੁੰਦਾ ਚੋਰ। ਪੰਜ, ਇਹ 5 ਚੋਰ ਨੇ। ਨਿਵਾਰੋ, ਇਹ ਤੁਸੀਂ ਦੂਰ ਕਰੋ। ਇੱਥੇ ਮੈਂ ਥੋੜਾ ਜਿਹਾ ਇੱਕ ਨਿੱਕਾ ਜਿਹਾ ਖਿਆਲ ਉਹ ਵੀ ਦੱਸ ਦਿਆਂ। ਜਿਸ ਮਨੁੱਖ ਦੇ ਅੰਦਰ ਤ੍ਰਿਸ਼ਨਾ ਹੈ, ਤੇ ਤ੍ਰਿਸ਼ਨਾ ਤੋਂ ਹੀ ਉਸ ਦੇ ਅੰਦਰ ਸੰਤੋਖ ਆਵੇਗਾ। ਜਿਸ ਮਨੁੱਖ ਦੇ ਅੰਦਰ ਕ੍ਰੋਧ ਹੈ, ਤੇ ਕ੍ਰੋਧ ਤੋਂ ਹੀ ਉਸ ਦੇ ਅੰਦਰ ਨਿਮਰਤਾ ਹੀ ਆਵੇਗੀ। ਜਿਸ ਮਨੁੱਖ ਦੇ ਅੰਦਰ ਝੂਠ ਹੈ, ਤੇ ਝੂਠ ਤੋਂ ਹੀ ਉਸ ਦੇ ਅੰਦਰ ਜਿਹੜੀ ਸੱਚਾਈ ਹੈ ਨਾ, ਉਹ ਪੈਦਾ ਹੋਏਗੀ। ਜੇ ਤ੍ਰਿਸ਼ਨਾ ਨਹੀਂ ਤੇ ਸੰਤੋਖ ਨਹੀਂ ਆਏਗਾ। ਜੇ ਮਨੁੱਖ ਦੇ ਅੰਦਰ ਤ੍ਰਿਸ਼ਨਾ ਨਹੀਂ ਹੈਗੀ ਤੇ ਸੰਤੋਖ ਨਹੀਂ ਆਏਗਾ। ਜੇ ਕ੍ਰੋਧ ਨਹੀਂ ਹੈਗਾ ਤੇ ਫਿਰ ਨਿਮਰਤਾ ਹੀ ਨਹੀਂ ਆਏਗੀ। ਜੇ ਝੂਠ ਨਹੀਂ ਹੈਗਾ ਤੇ ਫਿਰ ਸੱਚਾਈ ਨਹੀਂ ਆਏਗੀ। ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦੇ ਹਾਂ, ਸਿਮਰਨ ਦਾ ਅਭਿਆਸ ਕਰਦੇ ਹਾਂ, ਤੇ ਇਹ ਸਾਡੇ ਅੰਦਰ ਤਬਦੀਲੀਆਂ ਹੁੰਦੀਆਂ ਨੇ। ਇਹ ਸਾਡੇ ਅੰਦਰ ਤਬਦੀਲੀਆਂ ਹੁੰਦੀਆਂ ਨੇ। ਇਹ ਸਾਡੇ ਅੰਦਰ ਪਰਿਵਰਤਨ ਹੁੰਦਾ ਏ। ਤ੍ਰਿਸ਼ਨਾ ਹੈ ਸਾਡੇ ਅੰਦਰ, ਅਸੀਂ ਗੁਰਬਾਣੀ ਦੇ ਨਾਲ ਜੁੜ ਗਏ ਹਾਂ, ਤੇ ਗੁਰੂ ਕਿਰਪਾ ਕਰੇਗਾ ਇਹ ਤ੍ਰਿਸ਼ਨਾ ਜਿਹੜੀ ਹੈ ਇਹ ਸੰਤੋਖ ਦੇ ਵਿੱਚ ਬਦਲ ਜਾਏਗੀ। ਫਿਰ ਸੰਤੋਖੀ ਹੋ ਗਿਆ ਹੈ। ਅਸੀਂ ਕ੍ਰੋਧੀਆਂ, ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਫਿਰ ਕ੍ਰੋਧ ਤੋਂ ਸਾਡੇ ਅੰਦਰ ਨਿਮਰਤਾ ਹੀ ਆ ਜਾਏਗੀ। ਅਸੀਂ ਅੰਦਰ ਝੂਠੇ ਹਾਂ, ਝੂਠ ਬੋਲਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਾਡੇ ਅੰਦਰ ਫਿਰ ਸੱਚਾਈ ਆ ਜਾਏਗੀ। ਅਸੀਂ ਸੱਚ ਬੋਲਣ ਲੱਗ ਜਾਵਾਂਗੇ। ਇਸ ਤਰ੍ਹਾਂ ਇਹ 5 ਚੋਰ ਨੇ ਨਾ ਜਿਹੜੇ, ਇਹ ਪਰਿਵਰਤਨ ਹੋ ਕੇ ਸਾਡੇ ਜੀਵਨ ਦੇ ਵਿੱਚ ਤਬਦੀਲੀ ਆ ਜਾਂਦੀ ਹੈ। ਇੱਕ ਹੋਰ ਨੁਕਤੇ ਦੇ ਨਾਲ ਮੈਂ ਆਪ ਜੀ ਨੂੰ ਸਮਝਾਉਣਾ ਚਾਹੁੰਦਾ, ਸ਼ਾਇਦ ਗੱਲ ਜ਼ਿਆਦਾ ਪਕੜ ਦੇ ਵਿੱਚ ਆ ਜਾਵੇ। ਹੁਣ ਵੇਖੋ, ਇੱਕ ਫੁੱਲ ਹੈ, ਫੁੱਲ ਦੇ ਵਿੱਚ ਬੜੀ ਸੁਗੰਧੀ ਆਉਂਦੀ ਹੈ। ਅਸੀਂ ਫੁੱਲ ਨੂੰ ਤੋੜ ਕੇ ਕਮਰੇ 'ਚ ਵੀ ਰੱਖ ਲੈਂਦੇ ਹਾਂ, ਫੁੱਲ ਦੇ ਕੋਲ ਜਾ ਕੇ ਵੀ ਸੁਗੰਧੀ ਮਾਣਦੇ, ਉਹਨੂੰ ਵੇਖਦੇ ਵੀ ਹਾਂ। ਤੇ ਸਾਡੇ ਘਰਾਂ ਦੇ ਅੰਦਰ ਰੂੜੀ ਹੈ, ਮਾਲ ਪਸ਼ੂ ਹੈ ਜਿਹੜਾ, ਉਹਦਾ ਮਲ ਮੂਤਰ ਹੈ, ਇਹਦੇ 'ਚੋਂ ਬਦਬੂ ਵੀ ਆਉਂਦੀ ਹੈ, ਇਹਦੇ ਵਿੱਚੋਂ ਗੰਦਗੀ ਵੀ ਆਉਂਦੀ ਹੈ।
ਤੇ ਇਹਨੂੰ ਘਰ ਤੋਂ ਅਸੀਂ ਸੱਟਦੇ ਵੀ ਬਾਹਰ ਆ। ਹੁਣ ਜੇ ਫੁੱਲ ਨੂੰ ਅਸੀਂ ਚਾਹੁੰਦੇ ਆ ਵੀ ਚੰਗੀ ਇਹਦੀ ਪੈਦਾਇਸ਼ ਹੋਵੇ, ਚੰਗਾ ਵਧੀਆ ਫੁੱਲ ਨਿਕਲੇ, ਇਹਦੇ ਚੋਂ ਚੰਗੀ ਸੁਗੰਧੀ ਬਣੇ, ਤੇ ਫਿਰ ਇਹਨੂੰ ਇਹ ਰੂੜੀ ਪਾਣੀ ਪਏਗੀ। ਸ਼ਾਇਦ ਗੱਲ ਪਕੜ ਦੇ ਵਿੱਚ ਆ ਜਾਵੇ। ਇੱਕ ਨੁਕਤਾ ਏ, ਸਾਡੇ ਘਰਾਂ ਦੇ ਵਿੱਚ ਪਸ਼ੂਆਂ ਦਾ ਮਲ ਮੂਤਰੇ ਅਸੀਂ ਇਸ ਨੂੰ ਰੂੜੀ ਆਖ ਦਿੰਦੇ ਆ। ਇਹਦੇ ਚੋਂ ਬਦਬੂ ਆਉਂਦੀ ਏ, ਤਰਕ ਆਉਂਦਾ ਹੈ। ਅਸੀਂ ਘਰ ਤੋਂ ਇਹਨੂੰ ਬਾਹਰ ਦੂਰ ਸੱਟ ਕੇ ਆਉਂਦੇ ਆ ਵੀ ਸਮੈਲ ਜਿਹੜੀ ਬਦਬੂ ਏ ਸਾਡੇ ਘਰ ਦੇ ਵਿੱਚ ਨਾ ਆਵੇ। ਇੱਕ ਫੁੱਲ ਏ, ਉਹਦੇ ਵਿੱਚੋਂ ਸੁਗੰਧੀ ਆਉਂਦੀ, ਉਹਦੇ ਪਾਸ ਜਾਂਦੇ ਆ, ਉਹਨੂੰ ਘਰ ਦੇ ਵਿੱਚ ਰੱਖਣਾ ਚਾਹੁੰਦੇ ਆ। ਹੁਣ ਫੁੱਲ ਜਿਹੜਾ ਇਹਦੇ ਵਿੱਚ ਸੁਗੰਧੀ ਤਾਂ ਆਵੇਗੀ, ਸੁਗੰਧੀ ਤਾਂ ਬਣੇਗੀ ਜੇ ਇਹਨੂੰ ਇਹ ਖਾਦ ਮਿਲੇਗੀ ਤਾਂ। ਇਸੇ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ ਨਾ, ਤੇ ਤ੍ਰਿਸ਼ਨਾ ਸਿਮਰਨ ਕਰਦਿਆਂ ਇਹ ਤ੍ਰਿਸ਼ਨਾ ਜਿਹੜੀ ਇਹ ਇੱਕ ਖਾਦ ਦਾ ਰੂਪ ਬਣ ਕੇ ਤੇ ਮਨੁੱਖ ਦੇ ਅੰਦਰ ਸੰਤੋਖ ਦਾ ਬੂਟਾ ਜਿਹੜਾ ਉਹ ਲੱਗ ਜਾਂਦਾ ਹੈ। ਮਨੁੱਖ ਦੇ ਅੰਦਰ ਸੰਤੋਖ ਬਣ ਜਾਂਦਾ ਹੈ। ਤਸਕਰ ਪੰਜ ਨਵਾਰੋ ਠਾਕੁਰ, ਇਸ ਤਰ੍ਹਾਂ ਇਹ ਪੰਜ ਬੁਰਾਈਆਂ ਨੇ ਜਿਹੜੀਆਂ ਇਹ ਬਦਲ ਜਾਂਦੀਆਂ ਨੇ, ਇਹਨਾਂ ਵਿੱਚ ਪਰਿਵਰਤਨ ਹੋ ਜਾਂਦਾ, ਤਬਦੀਲ ਹੋ ਜਾਂਦੀਆਂ ਨੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਤਸਕਰ ਪੰਜ ਨਵਾਰੋ ਠਾਕੁਰ, ਹੈ ਮੇਰੇ ਸੱਚੇ ਸਤਿਗੁਰੂ ਜੀ ਕਿਰਪਾ ਕਰ, ਇਹ ਪੰਜ ਤਸਕਰ ਨੇ, ਬੁਰਾਈਆਂ ਨੇ ਜਿਹੜੀਆਂ, ਇਹਨਾਂ ਨੂੰ ਦੂਰ ਕਰਨਾ ਕਰੋ। ਸਗਲੋ ਭਰਮਾਂ, ਤੇ ਜਿੰਨੇ ਵੀ ਸਾਡੇ ਅੰਦਰ ਵਹਿਮ ਭਰਮ ਨੇ, ਹੋਮ ਜਰੋ, ਤੇ ਇਹਨਾਂ ਨੂੰ ਅੱਗ ਦੇ ਵਿੱਚ ਸਾੜਨਾ ਕਰੋ ਜੀ। ਜੋ ਤੁਮ ਕਰਹੁ ਸੋਈ ਭਲ ਮਾਨੈ, ਭਾਵਨ ਦੁਬਦਾ ਦੂਰ ਟਰਹੁ। ਇਹ ਸੱਚੇ ਸਤਿਗੁਰ ਕਿਰਪਾ ਕਰ, ਅਸੀਂ ਤੇਰੇ ਹੁਕਮ ਦੇ ਵਿੱਚ, ਤੇਰੇ ਭਾਣੇ ਦੇ ਵਿੱਚ ਰਹਿਆ ਕਰੀਏ। ਜੋ ਤੁਮ ਕਰੋ, ਜੋ ਵੀ ਤੂੰ ਕਰੇ ਨਾ, ਸੋਈ ਭਲ ਮਾਨੈ, ਅਸੀਂ ਉਹਨੂੰ ਸਤ ਬਚਨ ਕਰਕੇ ਮੰਨ ਲਈਏ। ਭਾਵਨ ਦੁਬਦਾ ਦੂਰ ਟਰੋ, ਭਾਵਨਾ ਦੇ ਵਿੱਚ ਜਿਹੜੀ ਦੁਬਦਾ ਬਣੀ ਹੋਈ ਹੈ ਨਾ, ਇਹ ਵੀ ਸਾਡੇ ਤੋਂ ਦੂਰ ਹੋ ਜਾਵੇ ਤੇ ਟਲ ਜਾਵੇ। ਜੋ ਤੁਮ ਕਰੋ ਸੋਈ ਭਲ ਮਾਨੇ, ਆਪ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਨੂੰ ਅਸੀਂ ਸਤ ਬਚਨ ਕਰਕੇ ਮੰਨ ਲਈਏ। ਆਪ ਜੀ ਦੇ ਹੁਕਮ ਨੂੰ ਅਸੀਂ ਸਤ ਬਚਨ ਕਰਕੇ ਮੰਨੀਏ। ਇਹ ਵੀ ਸਾਡੇ ਤੇ ਕਿਰਪਾ ਹੋ ਜਾਵੇ, ਰਹਿਮਤ ਹੋ ਜਾਵੇ। ਸਾਡੀ ਜਿਹੜੀ ਅੰਦਰ ਦੀ ਭਾਵਨਾ ਹੈ ਇਹ ਗੁਰੂ ਚਰਨਾਂ ਦੇ ਨਾਲ ਜੁੜੀ ਰਵੇ। ਭਾਵਨਾ ਦੇ ਵਿੱਚ ਕਦੇ ਵੀ ਦੁਬਦਾ ਨਾ ਪਵੇ, ਦੋ ਚਿੱਤੀ ਨਾ ਹੋਵੇ। ਜੇ ਹੈ ਤਾਂ ਦੂਰ ਟਰੋ, ਤੁਸੀਂ ਰਹਿਮਤ ਕਰੋ, ਇਹਨੂੰ ਦੂਰ ਕਰਨਾ ਕਰੋ ਜੀ। ਨਾਨਕ ਕੇ ਪ੍ਰਭ ਤੁਮਹੀ ਦਾਤੇ, ਸੰਤ ਸੰਗ ਲੈ ਮੋਹਿ ਉਧਰਹੁ। ਇਹ ਸੱਚੇ ਸਤਿਗੁਰ ਜੀ ਤੁਸੀਂ ਸਾਡੇ ਦਾਤੇ ਹੋ, ਸਾਨੂੰ ਸਾਰੀਆਂ ਦਾਤਾਂ ਦੇਣ ਵਾਲੇ ਹੋ, ਰਹਿਮਤ ਕਰਨ ਵਾਲੇ ਹੋ, ਕਿਰਪਾ ਕਰਨ ਵਾਲੇ ਹੋ। ਸੰਤ ਸੰਗ, ਆਪ ਜੀ ਦੀ ਜਿਹੜੀ ਸਤ ਸੰਗਤ ਹੈ ਨਾ, ਇਹਦੇ ਵਿੱਚ ਲੈ ਮੋਹਿ ਉਧਰੋ, ਇਹਦੇ ਵਿੱਚ ਆਣ ਕੇ ਸਾਡਾ ਵੀ ਭਲਾ ਹੋ ਜਾਵੇ। ਆਪ ਜੀ ਦੀ ਸੰਗਤ ਦੀ ਪ੍ਰਾਪਤੀ ਹੋ ਜਾਵੇ। ਆਪ ਜੀ ਦੀ ਸੰਗਤ ਦੇ ਵਿੱਚ ਅਸੀਂ ਆਈਏ ਤੇ ਸਾਡੇ ਅੰਦਰ ਦੀਆਂ ਵੀ ਇਹ ਜਿਹੜੀਆਂ ਤਬਦੀਲੀਆਂ ਨੇ ਇਹ ਹੋ ਜਾਣ। ਸਾਡੇ ਤੇ ਵੀ ਰਹਿਮਤ ਕਿਰਪਾ ਮਿਹਰ ਜਿਹੜੀ ਇਹ ਬਣ ਜਾਵੇ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ। ਤਸਕਰ ਪੰਜ ਨਵਾਰੋ ਠਾਕੁਰ, ਇਹ ਪੰਜ ਤਸਕਰ ਨੇ ਜਿਹੜੇ ਇਹ ਦੂਰ ਹੋ ਜਾਣ। ਸਗਲੋਂ ਭਰਮਾਂ ਤੇ ਕਿਸੇ ਪ੍ਰਕਾਰ ਦਾ ਭਰਮ ਵੀ ਅੰਦਰ ਨਾ ਰਵੇ। ਹੋਮ ਜਰੋ, ਇਹ ਸਾਰੇ ਅੱਗ ਦੇ ਵਿੱਚ ਸੜ ਜਾਣ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਓ ਮੇਲ। ਜੋ ਤੁਮ ਕਰਹੁ ਸੋ